ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਾਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂ ਉਪਦੇਸ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦਾ। ਕੇਤੀਆ ਸੁਰਤੀ ਸੇਵਕ ਕੇਤੀ, ਨਾਨਕ ਅੰਤ ਨ ਅੰਤ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦਾ। ਕੇਤੀਆ ਸੁਰਤੀ ਸੇਵਕ ਕੇਤੀ, ਨਾਨਕ ਅੰਤ ਨਾ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਨ। ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 7 ਭੂਮਿਕਾ ਦੁਆਰਾ ਔਰ 5 ਅਵਸਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜਪਦੀ ਸਹਿ ਪਾਵਨ ਬਾਣੀ ਅੰਦਰ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ, ਮਹਾਰਾਜ ਵੇਦ ਵਿੱਚ ਗਿਆਨ ਉਪਾਸਨਾ ਤੇ ਕਰਮ ਹੀ ਕਥਨ ਕੀਤੇ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਸਨ, ਸਿੱਧੋ ਵੇਦ ਕੇਵਲ ਤਿੰਨਾਂ ਦੇ ਪ੍ਰਥਾਏ ਉਚਾਰਨ ਕਰਦਾ, ਅਸੀਂ 5 ਅਵਸਥਾਵਾਂ ਤੁਹਾਨੂੰ ਕਥਨ ਕਰਕੇ ਉਪਦੇਸ਼ ਬਖਸ਼ਾਂਗੇ।
ਔਰ ਸਤ ਭੂਮਿਕਾ ਮਹਾਰਾਜ ਸੱਚੇ ਪਾਤਸ਼ਾਹ ਨਾਲ ਨਾਲ ਇੱਕ ਇੱਕ ਪੌੜੀ ਦੇ ਅੰਦਰ ਬਖਸ਼ਿਸ਼ ਕਰ ਰਹੇ ਹੈ। ਸਭ ਤੋਂ ਪਹਿਲੀ ਸ਼ੁਭ ਇੱਛਾ, ਫਿਰ ਸੋ ਵਿਚਾਰਨਾ, ਤੀਸਰੀ ਸੀ ਤਨੂ ਮਨਸਾ ਜੋ ਕੱਲ੍ਹ ਅਸਾਂ ਵਿਚਾਰ ਕੀਤੀ ਸੀ। ਅੱਜ ਚੌਥੀ ਭੂਮਿਕਾ ਸਤਵਾਂ ਪਦ ਮਹਾਰਾਜ ਸੱਚੇ ਪਾਤਸ਼ਾਹ ਜੋ ਗਿਆਨ ਖੰਡੀ ਗੁਰਮੁਖਾਂ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਕੇ ਬਖਸ਼ਿਸ਼ ਕਰ ਰਹੇ ਹੈ। ਪਹਿਲਾਂ ਕਰਮ ਖੰਡੀ ਸਤ ਸੰਗੀਆਂ ਦੇ ਪ੍ਰਥਾਏ ਉਚਾਰਨ ਕੀਤੇ ਸਨ। ਫਿਰ ਜਿਹੜੇ ਧਰਮੀ ਹਨ ਧਰਮ ਖੰਡੀਆਂ ਦੇ ਪ੍ਰਥਾਏ ਹਜ਼ੂਰ ਨੇ ਬਖਸ਼ਿਸ਼ ਕੀਤੀ ਸੀ। ਅੱਜ ਤੀਸਰੀ ਅਵਸਥਾ ਦੇ ਵਿੱਚ ਜੋ ਗਿਆਨ ਖੰਡੀ ਗੁਰਮੁਖ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਉਹਨਾਂ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੈ, ਜਿਹਨੂੰ ਚੌਥੀ ਭੂਮਿਕਾ ਸਤਵਾਂ ਪਦ ਕਿਹਾ ਜਾਂਦਾ ਹੈ। ਇਹਦਾ ਆਖਰੀ ਅਰਥ ਇਹ ਹੈ ਕਿ ਜਦੋਂ ਕੋਈ ਮਨੁੱਖ ਜਿਵੇਂ ਸੁੱਤਾ ਹੋਵੇ, ਸੁੱਤਾ ਹੋਇਆ ਸਿਆਣੇ ਕਹਿੰਦੇ ਮੋਇਆਂ ਦੇ ਬਰਾਬਰ ਹੁੰਦਾ, ਕੋਈ ਸਮਝ ਨਹੀਂ ਹੁੰਦੀ ਕਿੱਥੇ ਪਿਆ ਹਾਂ, ਬੇਸੁਰਤਾ ਹੁੰਦਾ। ਪਰ ਇਹ ਅਗਿਆਤ ਜੀਵਾਂ ਦੇ ਪ੍ਰਥਾਏ ਵਚਨ ਕਹੇ ਜਾਂਦੇ ਹੈ। ਜਿਹੜੇ ਗੁਰਮੁਖ ਪਿਆਰੇ ਹੁੰਦੇ ਹੈ, ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ। ਤਿੰਨਾਂ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਆ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਤੇ ਪੂਰੇ ਪੁਰਖ ਪ੍ਰਧਾਨ। ਉਹ ਪੂਰਨ ਪਰਮੇਸ਼ਰ ਦੇ ਵਿੱਚ ਮਿਲੇ ਹੋਏ ਰਹਿੰਦੇ ਹੈ, ਸੁੱਤਿਆਂ ਵੀ ਬਰਲਾ ਕੇ ਰੱਬੀ ਯਾਦ ਵਿੱਚ ਹੀ ਜੁੜੇ ਰਹਿੰਦੇ ਹੈ। ਉਹ ਕਦੇ ਅਵਿਦਿਆ ਦੀ ਨਿੰਦਰਾ ਵਿੱਚ ਸੌਂਦੇ ਹੀ ਨਹੀਂ ਹੈ। ਇਹ ਉਹਨਾਂ ਦੇ ਪ੍ਰਥਾਏ ਬਚਨ ਕਹੇ ਜਾਂਦੇ ਜਿਹੜੇ ਅਗਿਆਤ ਜੋ ਅਵਸਥਾ ਰੂਪ ਰਹਿਣ ਅਜਾਈ ਹੀ ਬਤੀਤ ਹੁੰਦੀ ਜਾ ਰਹੀ ਹੈ, ਅਵਿਦਿਆ ਦੀ ਨਿੰਦਰਾ ਵਿੱਚ ਸੁੱਤੇ ਪਏ ਹਨ। ਕੁਝ ਪਤਾ ਨਹੀਂ ਜਗਤ ਵਿੱਚ ਕੀ ਕਰਨ ਲਈ ਆਏ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ, ਕੀ ਕਰ ਰਹੇ ਹਾਂ, ਇਹ ਕੋਈ ਸਮਝ ਹੁੰਦੀ ਨਹੀਂ ਹੈ। ਐਸੇ ਅਗਿਆਤ ਜੀਵਾਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਸੁੱਤਾ ਵੀ ਬੰਦਾ ਮਰੇ ਹੋਏ ਦੇ ਬਰਾਬਰ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਜਾਗਰਤ ਅਵਸਥਾ ਵਿੱਚ ਰਹਿਣ ਵਾਲੇ ਗੁਰਮੁਖਾਂ ਦੇ ਪ੍ਰਥਾਏ ਭਗਤ ਰਸਨਾ ਦੁਆਰਾ ਬਚਨ ਉਚਾਰੇ ਹੈ। ਕਬੀਰ ਸੁਪਨਾ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਨ ਹੀ ਮੇਰੇ ਤਨ ਕੋ ਚਾਮ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਸਰੀਰ ਦਾ ਜੋੜਾ, ਪਨ ਹੀ ਕਹਿੰਦੇ ਜੁੱਤੀ ਨੂੰ, ਜੋੜਾ ਬਣਾ ਕੇ ਉਹ ਗੁਰਮੁਖ ਦੇ ਸਰੀਰ ਚਰਨੀ ਪਾ ਦੇਵੋ, ਜਿਹੜਾ ਸੁਪਨੇ ਵਿੱਚ ਵੀ ਬਰੜਾ ਕੇ ਤੇ ਪਰਮੇਸ਼ਰ ਦਾ ਨਾਮ ਜਪਦਾ ਹੈ, ਜਿਸ ਨੂੰ ਸੁਪਨੇ ਵਿੱਚ ਵੀ ਰੱਬੀ ਯਾਦ ਵਿਸਰਦੀ ਨਹੀਂ ਹੈ। ਕਿਉਂਕਿ ਕਈ ਵਾਰ ਸਾਡਾ ਸੁਭਾਅ ਹੁੰਦਾ ਕਿ ਜੋ ਕੁਝ ਗੱਲਾਂ ਬਾਤਾਂ ਕਰਦੇ ਹੋਏ ਜਾਂ ਅੱਖਾਂ ਦੇ ਸਾਹਮਣੇ ਟੈਲੀਵਿਜ਼ਨ ਦੇਖਦੇ ਹੋਏ ਸੌਂ ਜਾਈਏ ਤੇ ਸੁਪਨੇ ਵਿੱਚ ਵੀ ਉਸੇ ਤਰ੍ਹਾਂ ਹੀ ਨਜ਼ਰ ਆਈ ਜਾਂਦਾ ਹੈ। ਇਹ ਗੁਰਮੁਖਾਂ ਦੀ ਨਿਸ਼ਾਨੀ ਹੁੰਦੀ ਹੈ। ਤਾਂ ਹੀ ਜੋ ਗੁਰੂ ਘਰ ਦੀ ਬਣਾਈ ਹੋਈ ਮਰਜ਼ਾਦਾ ਹੈ ਕਿ ਕੀਰਤਨ ਸੋਹਲੇ ਗੁਰਬਾਣੀ ਦਾ ਪਾਠ ਕਰਕੇ ਸਰਾਣੇ ਵਾਲੇ ਪਾਸੇ ਮੁਖ ਕਰਕੇ ਅਰਦਾਸ ਕਰਕੇ ਫਿਰ ਬਿਰਾਜਣਾ ਚਾਹੀਦਾ। ਤੇ ਕਿੰਨਾ ਮਹਾਤਮ ਵੀ ਮਹਾਰਾਜ ਜੀ ਨੇ ਦੱਸਿਆ, ਕਹਿੰਦੇ ਜੇਕਰ ਸੁਤੇ ਸਿੱਧ ਕੋਈ ਜੀਵ ਚੜ੍ਹਾਈ ਕਰ ਜਾਵੇ ਨਾ, ਮੌਤ ਹੋ ਜਾਵੇ ਸੁੱਤਿਆਂ ਹੋਇਆਂ, ਤੇ ਫਿਰ ਟੇਢੀਆਂ ਜੂਨਾਂ ਵਿੱਚ ਨਹੀਂ ਭਟਕਦਾ। ਜੇ ਅਚਨਚੇਤ ਕਿਤੇ ਮੌਤ ਹੋ ਵੀ ਜਾਵੇ ਤਾਂ ਜੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਬਿਰਾਜਿਆ ਹੋਵੇ, ਇਹ ਕਿੰਨਾ ਵੱਡਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ। ਜੇ ਸੁੱਤੇ ਹੀ ਟੈਲੀਵਿਜ਼ਨ ਦੇਖਦਿਆਂ, ਮੂਵੀਆਂ ਫਿਲਮਾਂ ਆਦਿਕ ਨਾਟਕ ਚੇਟਕ ਦੇਖਦਿਆਂ ਹੋਇਆਂ ਸੁੱਤੇ ਆ, ਜਾਂ ਦੁਨੀਆ ਭਰ ਦੀਆਂ ਗੱਲਾਂ ਨਿੰਦਿਆ ਚੁਗਲੀਆਂ ਕਰਦਿਆਂ ਸੌਂ ਗਏ, ਤੇ ਸੁੱਤਿਆਂ ਵੀ ਫਿਰ ਉਹ ਕੁਝ ਹੀ ਦੇਖਦਾ ਤੇ ਕੰਨਾਂ ਵਿੱਚ ਸੁਣਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ, ਜੋ ਗੁਰਮੁਖ ਸੁੱਤਿਆਂ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਆ, ਬਰੜਾ ਕੇ ਤੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰ ਰਹੇ ਹੁੰਦੇ ਆ। ਐਸੀ ਉਹਨਾਂ ਦੀ ਅਵਸਥਾ ਗੁਰਮੁਖਾਂ ਦੀ ਉੱਚੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਹੁਣ ਚੌਥੀ ਭੂਮਿਕਾ ਸਤਵਾਂ ਪਦ ਉਚਾਰਨ ਕਰ ਰਹੇ ਹੈ। ਗਿਆਨ ਖੰਡੀ ਗੁਰਮੁਖਾਂ ਦੇ ਪ੍ਰਥਾਏ ਇਹ ਜਪਜੀ ਸਾਹਿਬ ਦੀ 35ਵੀਂ ਪੌੜੀ ਉਚਾਰਨ ਕਰਕੇ, ਕੱਲ੍ਹ 34ਵੀਂ ਪੌੜੀ ਦੀ ਅਸਾਂ ਵਿਚਾਰ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਨੇ ਸਤ ਸੰਗੀਆਂ ਦੇ ਪ੍ਰਥਾਏ,
ਫਿਰ ਮਹਾਰਾਜ ਧਰਮ ਖੰਡੀਆਂ ਦੇ ਪ੍ਰਥਾਏ ਵੀ ਉਚਾਰਨ ਕੀਤਾ। ਹੁਣ ਗਿਆਨ ਖੰਡੀਆਂ ਦੇ ਪ੍ਰਥਾਏ ਉਚਾਰਨ ਕਰਕੇ ਉਪਦੇਸ਼ ਬਖਸ਼ੋ ਕਿ ਜਦੋਂ ਹਿਰਦੇ ਅੰਦਰ ਜੀਵ ਨੂੰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਵਿਦਿਆ ਦੀ ਨਿੰਦਰਾ ਤੋਂ ਜਾਗਰਤ ਹੋ ਜਾਂਦਾ ਹੈ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਕਿਉਂਕਿ ਜਾਗਦੇ ਵੀ ਉਹੋ ਹੀ ਹੈ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰਦੇ ਹੈ। ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲ ਹੈ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰੈਣ ਵਿਹਾਣੀ। ਰੈਣ ਰਾਤਰੀ, ਰਾਤ ਦਿਨ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹੈ। ਚਿੱਤ ਬਿਰਤੀ ਉਹਨਾਂ ਦੀ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ, ਜਿਨ੍ਹਾਂ ਤੇ ਪੂਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰਦੇ, ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਨਾ, ਇਹ ਸਿੱਧੋ ਫਿਰ ਇੱਕ ਆ ਭਾਰਤ ਖੰਡ ਨਹੀਂ ਨਜ਼ਰ ਆਉਂਦਾ, ਜਿਹਨੂੰ ਕਰਮ ਭੂਮੀ ਵੀ ਆਖਿਆ ਜਾਂਦਾ ਹੈ। ਜਿਵੇਂ 9 ਖੰਡ ਮੰਨੇ ਗਏ ਆ, ਇਹਨਾਂ ਦੇ ਵਿੱਚੋਂ ਜਿਹੜਾ ਭਾਰਤ ਖੰਡ ਹੈ ਇਹਨੂੰ ਕਰਮ ਭੂਮੀ ਵੀ ਆਖਿਆ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇੱਕ ਨੇ ਕਿਤਨੇ ਹੀ ਅਨੇਕਾਂ ਹੀ ਨਜ਼ਰ ਆਉਣ ਲੱਗ ਪੈਂਦੇ ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਜੀਵਾਂ ਦੇ ਅੰਦਰ ਵੀ ਕੋਈ ਮਤ ਭੇਦ ਨਹੀਂ ਉਹ ਮਨੁੱਖ ਦੇਖਦਾ, ਉਹ ਗੁਰਮੁਖ ਪਿਆਰੇ ਦੀ ਦ੍ਰਿਸ਼ਟੀ ਦੇ ਵਿੱਚ ਸਭ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ। ਕੋਈ ਮੰਦਾ, ਕੋਈ ਚੰਗਾ, ਭਲਾ ਬੁਰਾ, ਪਾਪੀ ਪੁੰਨੀ, ਚੋਰ ਚੱਕਾ ਕੁਝ ਨਹੀਂ ਨਜ਼ਰ ਆਉਂਦਾ। ਉਹ ਕੇਵਲ ਅੰਦਰ ਪ੍ਰਕਾਸ਼ ਨੂੰ ਦੇਖਦਾ ਹੈ ਕਿ ਇਹਦੇ ਅੰਦਰ ਪਰਮਾਤਮਾ ਦੀ ਜੋਤ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਇਸ ਜੀਵ ਦੇ ਅੰਦਰ ਵਿਆਪਕ ਹੈ। ਫਿਰ ਕਦੇ ਜੀਵਾਂ ਨੂੰ ਕੋਹ ਕਰਕੇ ਵੀ ਉਹ ਮਾਰਦਾ ਨਹੀਂ ਹੈ। ਨਿਰਦਇਆ ਨਹੀਂ ਬਣ ਕੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵਾਂ ਨੂੰ ਮਾਰਦਾ, ਸਭ ਜੀਵਾਂ ਤੇ ਦਿਆਲੂ ਹੋ ਕੇ ਰਹਿੰਦਾ ਹੈ। ਸੁਭਾਅ ਵੀ ਦਿਆਲੂ ਬਣ ਜਾਂਦਾ, ਦਿਆਲਤਾ ਵਾਲਾ। ਐਸੀ ਗੁਰਮੁਖ ਦੀ ਅਵਸਥਾ ਬਣ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਆ, ਪਿਆਰ ਦੇ ਨਾਲ ਸਰਵਣ ਕਰੀਏ। ਜੋ ਗੁਰਮੁਖ ਪਿਆਰੇ ਗਿਆਨ ਖੰਡੀ ਹਨ, ਚੌਥੀ ਅਵਸਥਾ ਸੱਤਵਾਂ ਪਦ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਨਾਲ ਸੀਸ ਝੁਕਾਵੋ ਜੀ। ਰਸਨਾ ਤੋਂ ਕਰੋ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਖੰਡ ਕਾ ਇਹੋ ਧਰਮ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਹੇ ਸਿੱਧੋ, ਇਹ ਜੋ ਪਿਛਲੀ ਪੌੜੀ ਦੇ ਅੰਦਰ ਧਰਮ ਖੰਡੀਆਂ ਦੇ ਪ੍ਰਥਾਏ ਤੁਹਾਨੂੰ ਉਚਾਰਨ ਕਰਕੇ ਦੱਸਿਆ ਹੈ, ਇਹੋ ਧਰਮ। ਧਰਮ ਖੰਡ ਕਾ ਇਹੋ ਧਰਮ, ਇਹ ਉਹਨਾਂ ਦਾ ਧਰਮ ਹੈ, ਧਰਮ ਖੰਡੀਆਂ ਦਾ, ਜਿਨ੍ਹਾਂ ਨੇ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ ਹੈ। ਕਿਉਂਕਿ ਜਿਤਨੇ ਵੀ ਜਗਤੰਤ ਧਰਮ ਹਨ, ਹਰ ਇੱਕ ਧਰਮ ਸਤਿਕਾਰਯੋਗ ਹੈ। ਹਰ ਇੱਕ ਧਰਮ ਦੀ ਆਪੋ ਆਪਣੀ ਵੱਖੋ ਵੱਖਰੀ ਮਰਜ਼ਾਦਾ ਹੈ। ਜਿੱਥੇ ਹੋਰ ਮਤਾਂ ਮਤਾਂਤਰਾਂ ਦੇ ਹੋਰ ਧਰਮਾਂ ਦੀ ਮਰਜ਼ਾਦਾ, ਉੱਥੇ ਸਿੱਖ ਧਰਮ ਦੀ ਆਪਣੀ ਮਰਜ਼ਾਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਕਿਸੇ ਵੀ ਧਰਮ ਦਾ ਕਦੇ ਮਰਜ਼ਾਦਾ ਦੀ ਕਿਸੇ ਤੇ ਟਿੱਪਣੀ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾ ਹੀ ਕਦੇ ਅਜਿਹਾ ਕੋਈ ਬਚਨ ਕਰਕੇ ਪ੍ਰੇਰਿਤ ਕਰਦੇ ਹੈ ਕਿ ਕਿਸੇ ਦੇ ਧਰਮ ਨੂੰ ਕਿਸੇ ਤੇ ਕਾਨ ਕਨੌਟ ਕਰਨੀ, ਕੋਈ ਟਿੱਪਣੀ ਕਰਨੀ ਨਹੀਂ। ਹਰ ਇੱਕ ਧਰਮ ਸਤਿਕਾਰਯੋਗ ਹੈ, ਪਰ ਜੇ ਉਹ ਧਰਮ ਦੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਾਣੀ ਅੰਦਰ ਜਿਤਨੇ ਵੀ ਬਚਨ ਆਉਂਦੇ ਹਨ ਨਾ, ਚਾਹੇ ਉਹ ਮੁਸਲਮਾਨ ਦੇ ਪ੍ਰਥਾਏ ਉਚਾਰਨ ਕੀਤੇ, ਚਾਹੇ ਹਿੰਦੂ ਦੇ ਪ੍ਰਥਾਏ, ਬ੍ਰਾਹਮਣ ਦੇ, ਉਦਾਸੀ ਦੇ, ਬਿਹੰਗਮ ਦੇ, ਗ੍ਰਿਸ਼ਤੀ ਦੇ ਪ੍ਰਥਾਏ, ਕਿਸੇ ਵੀ ਜੀਵ ਦੇ ਪ੍ਰਥਾਏ ਉਚਾਰਨ ਕੀਤੇ ਹੈ। ਹਜੂਰ ਨੇ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਹੈ,
ਜੋ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੇ ਨਾਲ ਜੁੜਨ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਸਭ ਦੇ ਸਾਂਝੇ ਹੈ, ਚਾਹੇ ਕਿਸੇ ਵੀ ਵਰਣ ਦਾ ਹੈ, ਉਹ ਚਾਹੇ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਚਾਹੇ ਵੈਸ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ। ਇਹ ਨਹੀਂ ਹੈ ਕਿ ਇਕੱਲਾ ਸਿੱਖਾਂ ਦੇ ਪ੍ਰਤੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਅੰਦਰ ਮਨ ਮਤਾਂ ਦਾ ਖੰਡਨ ਕੀਤਾ, ਉੱਥੇ ਗੁਰਮਤਿ ਦਾ ਧਰਮ ਦੇ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨ ਦਾ ਮੰਡਨ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ। ਮੰਡਨ ਭਾਵ ਮੰਨਣਾ, ਤਿਆਗਣਾ। ਖੰਡਨ ਤਿਆਗਣ ਨੂੰ ਕਿਹਾ ਜਾਂਦਾ ਹੈ ਤੇ ਮੰਡਨ ਮੰਨਣ ਨੂੰ ਆਖਿਆ ਜਾਂਦਾ ਹੈ। ਕਿ ਜਿਹੜਾ ਇਸਲਾਮ ਦੇ ਵਿੱਚ ਹੈ ਉਹ 5 ਨਮਾਜ਼ਾਂ ਦਾ ਪੱਕਾ ਹੋਵੇ, ਹਿੰਦੂ ਜਿਹੜਾ ਹੈ ਆਪਣੀ ਮਰਜ਼ਾਦਾ ਵਿੱਚ ਪਰਪੱਕਾ ਹੋਵੇ, ਔਰ ਖੱਤਰੀ ਆਪਣੀ ਮਰਜ਼ਾਦਾ ਵਿੱਚ ਪਰਪੱਕ ਹੋਵੇ, ਬ੍ਰਾਹਮਣ ਆਪਣੀ ਮਰਜ਼ਾਦਾ ਵਿੱਚ ਪਰਪੱਕ ਹੋਵੇ, ਤਿਵੇਂ ਸਿੱਖ ਆਪਣੀ ਮਰਜ਼ਾਦਾ ਵਿੱਚ ਪਰਪੱਕ ਹੋਣਾ ਚਾਹੀਦਾ ਹੈ। ਹਰ ਇੱਕ ਧਰਮੀ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਸੇ ਵੀ ਜੀਵ ਨਾਲ ਕੋਈ ਵਿਤਕਰਾ, ਕੋਈ ਓਂਗ ਤਾਂਗ ਨਹੀਂ ਹੈ ਕਿ ਹੋਰ ਮਤਾਂ ਦਾ ਖੰਡਨ ਕੀਤਾ ਹੋਵੇ ਤੇ ਸਿੱਖ ਮਤ ਦਾ ਮੰਡਨ ਮਹਾਰਾਜ ਜੀ ਨੇ ਕਰਵਾਇਆ ਹੋਵੇ, ਅਜਿਹਾ ਨਹੀਂ ਹੈ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਨੇ ਵੀ ਸ਼ੰਕਾ ਕੀਤਾ ਸੀ ਨਾ ਕਿ ਗੁਰਬਾਣੀ ਦੇ ਵਿੱਚ ਇਸਲਾਮ ਦਾ ਖੰਡਨ ਕੀਤਾ ਗਿਆ ਹੈ ਅਤੇ ਗੁਰਮਤਿ ਦਾ ਜੋ ਗੁਰਬਾਣੀ ਹਜ਼ੂਰ ਨੇ ਉਚਾਰਨ ਕੀਤੀ, ਸਿੱਖ ਪੰਥ ਦਾ ਮੰਡਨ ਕੀਤਾ ਗਿਆ ਹੈ। ਪਰ ਜਦੋਂ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਸੁਣੇ ਕਿ ਹਰ ਇੱਕ ਮਤ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਡਨ ਕਰਵਾਇਆ, ਪਰ ਜੇ ਉਹ ਆਪਣੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ ਤਾਂ ਜੇਕਰ ਜੀਵਨ ਆਪਣੀ ਮਰਜ਼ਾਦਾ ਵਿੱਚ ਤੇ ਪੈਰੋਕਾਰਾਂ ਅਨੁਸਾਰ ਹੈ ਕਿ ਜੀਵਨ ਨਿਰਵਾਹ ਕਰਦਾ ਹੈ, ਪਰਮਾਤਮਾ ਨੂੰ ਵਿਆਪਕ ਜਾਣਦਾ ਹੈ, ਤੇ ਉਹਦਾ ਮੰਡਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ। ਜਦੋਂ ਇਹ ਬਚਨ ਸੁਣੇ ਸਨ, ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ, ਔਰ ਇਸ ਪ੍ਰਕਾਰ ਯਕ ਅਰਜ ਗੁਪਤਮ ਪੇਸ ਤੋ ਦਰ ਗੋਸ ਗੁਣ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਅਜਿਹੇ ਬਚਨ ਸੁਣ ਕੇ ਫਿਰ ਮਨ ਵਿੱਚ ਨਿਸ਼ਚਾ ਆ ਗਿਆ। ਫਿਰ ਕਹਿੰਦੇ ਕਿ 51 ਮੋਹਰ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਬਾਰ ਦੇ ਵਿੱਚ ਅਰਪਣ ਕਰਕੇ ਗਿਆ ਸੀਗਾ ਭੇਟਾ ਵਜੋਂ। ਪਹਿਲਾਂ ਸ਼ੰਕਾ ਸੀ, ਦੂਰ ਹੋ ਗਿਆ ਕਿ ਹਰ ਇੱਕ ਮਤ ਦਾ ਇਹਦੇ ਮੰਡਨ ਕਰਵਾਇਆ ਜਾਂਦਾ ਹੈ, ਪਰ ਸ਼ਰਤ ਇਹ ਵੈ ਕਿ ਪਖੰਡਪਾਤ ਛੱਡ ਕੇ, ਝੂਠਾ ਭੇਖ ਛੱਡ ਕੇ ਕੇਵਲ ਸੱਚ ਦੇ ਰਸਤੇ ਤੇ ਚੱਲਣਾ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਸਾਂਝਾ ਉਪਦੇਸ਼ ਬਖਸ਼ਦੇ ਹੈ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਹੈ, ਧਰਮ ਖੰਡ ਕਾ ਇਹੋ ਧਰਮ। ਇਹ ਸਿੱਧੋ, ਇਹ ਜੋ ਆਪ ਜੀ ਨੂੰ ਧਰਮ ਦੇ ਪ੍ਰਥਾਏ, ਧਰਮ ਖੰਡੀਆਂ ਦੇ ਪ੍ਰਥਾਏ ਉਚਾਰਨ ਕਰਕੇ ਦੱਸਿਆ, ਇਹੋ ਹੀ ਉਹਨਾਂ ਦਾ ਧਰਮ ਹੈ। ਗਿਆਨ ਖੰਡ ਕਾ ਆਖੋ ਕਰਮ। ਸਤਿਗੁਰੂ ਜੀ ਫਰਮਾਉਂਦੇ, ਹੁਣ ਜਿਹੜੇ ਗਿਆਨ ਖੰਡੀ ਗੁਰਮੁਖ ਹੈ ਉਹਨਾਂ ਦੇ ਕਰਮਾਂ ਪ੍ਰਥਾਏ ਹੁਣ ਤੁਹਾਨੂੰ ਕਥਨ ਕਰਕੇ ਦੱਸਦੇ ਹਾਂ। ਮਹਾਰਾਜ ਜੀ ਨੂੰ ਬੇਨਤੀ ਕੀਤੀ ਸਿੱਧਾ ਨੇ, ਮਹਾਰਾਜ ਕਿੰਨੇ ਕੁ ਉਹਨਾਂ ਦੇ ਕਰਮ ਹੈ? ਮਹਾਰਾਜ ਕਿੰਨੇ ਕੁ ਕਰਮ ਕਰਦੇ ਹੈ ਸੱਚੇ ਪਾਤਸ਼ਾਹ ਜੀ? ਤੇ ਸਤਿਗੁਰੂ ਜੀ ਕਹਿੰਦੇ, ਕਰਮ ਤਾਂ ਉਹ ਬੇਅੰਤ ਹਨ ਉਹਨਾਂ ਗੁਰਮੁਖਾਂ ਦੇ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਪਰ ਇਹ ਵੈ ਕਿ ਜਿੰਨੇ ਕੁ ਕਥਨ ਕੀਤੇ ਜਾ ਸਕਦੇ ਤੁਹਾਨੂੰ ਕਥਨ ਕਰਕੇ ਦੱਸਦੇ ਹਾਂ। ਅੰਤ ਤੇ ਉਹਨਾਂ ਦਾ ਪਾਇਆ ਨਹੀਂ ਜਾ ਸਕਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਉਚਾਰਨ ਕੀਤਾ, ਜਿਤਨੇ ਕੁ ਕਥਨ ਕੀਤੇ ਜਾ ਸਕਦੇ ਕਥਨ ਕਰਕੇ ਦੱਸਦੇ ਹਾਂ। ਗਿਆਨ ਖੰਡ ਕਾ ਆਖੋ ਕਰਮ। ਹੁਣ ਗਿਆਨ ਖੰਡੀ ਸਤਵਾ ਪਦ ਚੌਥੀ ਭੂਮਿਕਾ ਇਸ ਅਵਸਥਾ ਵਾਲਿਆਂ ਦੇ ਕਰਮ ਆਪ ਨੂੰ ਕਥਨ ਕਰਕੇ ਦੱਸ ਰਹੇ ਹਾਂ। ਕੀਤੇ ਪਾਵਨ ਪਾਣੀ ਬੈ ਸੰਤਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਨਾ, ਉਦੋਂ ਫਿਰ ਪਵਨ ਹਵਾ ਵੀ ਇੱਕ ਪ੍ਰਕਾਰ ਦੀ ਨਹੀਂ ਨਜ਼ਰ ਆਉਂਦੀ। ਕਿੰਨੇ ਹੀ ਪ੍ਰਕਾਰ ਦੀਆਂ ਜਿਹੜੀਆਂ ਇਹ ਹਵਾਵਾਂ ਨੇ, ਵਾਜੂ ਹੈ, ਨਜ਼ਰ ਆਉਂਦੀਆਂ ਨੇ। ਸਾਡੇ ਸਰੀਰ ਦੇ ਵਿੱਚ ਕਿੰਨੀਆਂ ਵਾਜੂ ਨੇ, ਤੇ ਹੋਰ ਕਿੰਨੇ ਜੀਵਾਂ ਦੇ ਅੰਦਰ ਕਿੰਨੇ ਕਿੰਨੇ ਪ੍ਰਕਾਰ ਦੀਆਂ ਪਤਾਲ ਦੇ ਵਿੱਚ, ਮਾਤ ਲੋਕ ਵਿੱਚ, ਆਕਾਸ਼ ਦੇ ਵਿੱਚ ਹਵਾਵਾਂ ਦਾ ਫਰਕ ਪੈਂਦਾ ਜਾਂਦਾ ਹੈ। ਕੀਤੇ ਪਵਨ ਪਾਣੀ ਬਹਿ ਸੰਤਰ।
ਤੇ ਪਾਣੀ ਵੀ ਇੱਕ ਪ੍ਰਕਾਰ ਦਾ ਨਹੀਂ ਹੈ, ਇਕੱਲਾ ਸਫੇਦ ਚਿੱਟਾ ਨਹੀਂ ਹੈ। ਕਾਲੇ ਰੰਗ ਦਾ ਪਾਣੀ ਵੀ ਹੁੰਦਾ, ਨੀਲਾ ਵੀ ਹੁੰਦਾ, ਸਫੇਦ ਵੀ ਹੁੰਦਾ ਹੈ। ਇਸ ਪ੍ਰਕਾਰ ਕਿੰਨੇ ਕਿੰਨੇ ਪ੍ਰਕਾਰ ਦੇ ਪਾਣੀ ਹੁੰਦੇ ਆ। ਉਹ ਫਿਰ ਸਭ ਗੁਰਮੁਖਾਂ ਨੂੰ ਨਜ਼ਰ ਆਉਣ ਲੱਗ ਪੈਂਦੇ ਜਦੋਂ ਗਿਆਨ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਕੇਤੇ ਪਾਵਨ ਪਾਣੀ ਬੈ ਸੰਤਰ। ਤੇ ਅੱਗ ਵੀ ਸਾਧ ਸੰਗਤ ਵਿਦਵਾਨਾਂ ਨੇ 4 ਪ੍ਰਕਾਰ ਦੀ ਮੰਨੀ ਹੈ, ਜਿਹਦੇ ਪਰਥਾਏ ਜੇਕਰ ਆਉਂਦਾ ਹੈ ਕਿ ਇੱਕ ਸਮਾਨ ਅਗਨੀ ਹੁੰਦੀ ਹੈ, ਜਿਹੜੀ ਚੁੱਲ੍ਹੇ ਵਿੱਚ ਅੱਗ ਬਾਲੀ ਜਾਂਦੀ ਉਹਨੂੰ ਸਮਾਨ ਅਗਨੀ ਕਿਹਾ ਜਾਂਦਾ ਹੈ। ਇੱਕ ਬੜਵਾ ਅਗਨੀ ਹੁੰਦੀ ਹੈ, ਸਮੁੰਦਰ ਦੇ ਵਿੱਚ ਲੱਖਾਂ ਮਣ ਪਾਣੀ ਦਾ ਸਮੁੰਦਰ ਦੇ ਪਾਣੀ ਨੂੰ ਸਾੜੀ ਜਾਂਦੀ ਹੈ, ਸਾੜੀ ਜਾਂਦੀ ਹੈ, ਸਮੁੰਦਰ ਦੇ ਬਹੁਤ ਡੂੰਘਾਈ ਵਿੱਚ ਹੁੰਦੀ ਹੈ। ਔਰ ਇਸੇ ਪ੍ਰਕਾਰ ਇੱਕ ਜਠਰਾ ਅਗਨੀ ਹੁੰਦੀ ਹੈ ਜੋ ਸਾਡੇ ਸਰੀਰ ਦੇ ਅੰਦਰ ਹੈ, ਛਕੇ ਹੋਏ ਭੋਜਨ ਪਦਾਰਥਾਂ ਨੂੰ ਪਹੁੰਚਾਉਂਦੀ, ਉਹਨੂੰ ਜਠਰਾ ਅਗਨੀ ਕਿਹਾ ਜਾਂਦਾ ਹੈ। ਇੱਕ ਜੰਗਲਾਂ ਦੇ ਵਿੱਚ ਡੌਂ ਅਗਨੀ ਹੁੰਦੀ ਹੈ, ਜਿਹੜੀ ਬਾਂਸਾਂ ਦੇ ਨਾਲ ਰਗੜ ਖਾਂਦੀ ਹੈ ਤੇ ਜੰਗਲਾਂ ਦੇ ਜੰਗਲ ਸਾੜ ਕੇ ਤਬਾਹ ਕਰ ਦਿੰਦੀ ਹੈ। ਫਿਰ ਇੱਕ ਬਿਜਲੀ ਦੀ ਅੱਗ ਵੀ ਮੰਨੀ ਹੈ। ਔਰ ਸਾਧ ਸੰਗਤ ਜੀ ਕਰੋੜ ਦੀ ਅੱਗ ਵੀ ਮੰਨੀ ਹੈ। ਇਸੇ ਪ੍ਰਕਾਰ ਈਰਖਾ ਦੀ ਵੀ ਅੱਗ ਹੈ। ਇਹ ਜਿਹੜੀਆਂ ਦੁਨਿਆਵੀ ਅੱਗਾਂ ਹਨ, ਇਹਨਾਂ ਨੂੰ ਤਾਂ ਕਿਸੇ ਨਾ ਕਿਸੇ ਯਤਨ ਕਰਕੇ ਸਾਧ ਸੰਗਤ ਜੀ ਬੁਝਾਇਆ ਜਾ ਸਕਦਾ ਹੈ, ਪਰ ਕਰੋੜ ਤੇ ਈਰਖਾ ਦੀ ਅੱਗ ਗੁਰੂ ਕਿਰਪਾ ਤੋਂ ਬਿਨਾਂ ਨਹੀਂ ਕਦੇ ਵੀ ਬੁਝਦੀ। ਬਿਨਾਂ ਕਾਰਨ ਤੋਂ ਹੀ ਕਈ ਵਾਰ ਕਦੇ ਕਿਸੇ ਨਾਲ ਈਰਖਾ ਕਰਨ ਲੱਗ ਪੈਂਦੇ ਹਾਂ, ਕਦੇ ਅਸੀਂ ਕਿਸੇ ਨਾਲ ਈਰਖਾ ਕਰਨ ਲੱਗ ਪੈਂਦੇ ਹਾਂ, ਕ੍ਰੋਧਵਾਨ ਹੋ ਕਰਕੇ ਕਦੇ ਕਿਸੇ ਦੇ ਗਲ ਪੈ ਗਏ, ਕਦੇ ਕਿਸੇ ਗਲ ਪੈ ਗਏ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਫਿਰ ਇੱਕ ਪ੍ਰਕਾਰ ਦੀ ਅੱਗ ਸਮਾਨ ਅੱਗ ਹੀ ਨਹੀਂ ਨਜ਼ਰ ਆਉਂਦੀ ਕਿ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਇਹੋ ਹੀ ਅੱਗ ਵੈ। ਫਿਰ ਮਹਾਰਾਜ ਜੀ ਫਰਮਾਨ ਕਰ ਰਹੇ ਹਨ, ਕੇਤੇ ਪਵਨ ਪਾਣੀ ਵੈ ਸੰਤਰ। ਕਿੰਨੀਆਂ ਹੀ ਪਾਉਣਾ, ਕਿੰਨੇ ਪ੍ਰਕਾਰ ਦੇ ਪਾਣੀ, ਕਿੰਨੇ ਪ੍ਰਕਾਰ ਦੀ ਜੋ ਅਗਨੀ ਹੈ, ਇਹ ਫਿਰ ਸਭ ਜੀਵ ਨੂੰ ਨਜ਼ਰ ਆਉਣ ਲੱਗ ਪੈਂਦੇ ਹਨ। ਕੇਤੇ ਕਾਨ ਮਹੇਸਾ। ਕਾਨ ਨਾਮ ਹੈ ਕ੍ਰਿਸ਼ਨ ਦਾ, ਇਹ ਛੋਟੇ ਹੁੰਦਿਆਂ ਦਾ ਨਾਮ ਹੈ ਕ੍ਰਿਸ਼ਨ ਭਗਵਾਨ ਜੀ ਦਾ। ਇਹਨਾਂ ਦੀ ਮਾਤਾ ਕਾਨਾ ਕਰਕੇ ਪਿਆਰ ਦੇ ਨਾਲ ਬੁਲਾਇਆ ਕਰਦੇ ਸਨ। ਇਸ ਪ੍ਰਕਾਰ ਕਹਿੰਦੇ ਫਿਰ ਇੱਕ ਕ੍ਰਿਸ਼ਨ ਨਹੀਂ, ਅਨੇਕਾਂ ਹੀ ਕ੍ਰਿਸ਼ਨ ਜੀ ਗੋਪੀਆਂ ਦੇ ਸਹਿਤ ਇਸ ਪ੍ਰਕਾਰ ਨਜ਼ਰ ਆਉਣ ਲੱਗ ਪੈਂਦੇ ਲੀਲਾ ਕਰਦੇ ਹੋਏ, ਜਦੋਂ ਪਰਮੇਸ਼ਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਕੇਤੇ ਕਾਨ, ਜਿਵੇਂ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕਾਲ ਉਸਤਤ ਪਾਵਨ ਬਾਣੀ ਵਿੱਚ ਬਚਨ ਕੀਤੇ ਹਨ, ਕੇਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ, ਬਣਾਏ ਗੜੇ ਫੇਰ ਮੇਟੇ ਬਣਾਏ, ਉਪਾਏ ਗੜੇ ਫੇਰ ਮੇਟੇ ਬਣਾਏ। ਕਹਿੰਦੇ ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਮਹਾਰਾਜ ਆਪਨੇ ਕ੍ਰਿਸ਼ਨ ਜੀ ਬਣਾਏ ਹੈ। ਫੇਰ ਪੈਦਾ ਕਰ ਦਿੰਦੇ, ਫੇਰ ਮਾਰ ਦਿੰਦੇ, ਫੇਰ ਪੈਦਾ ਕਰ ਦਿੰਦੇ, ਫੇਰ ਉਹਨਾਂ ਦੀ ਲੈਤਾ ਕਰ ਦਿੰਦੇ ਹੋ। ਇਹ ਪ੍ਰਮਾਤਮਾ ਆਪ ਜੀ ਦੀ ਅਚਰਜ ਲੀਲਾ ਹੈ। ਇਸ ਪ੍ਰਕਾਰ ਕੀਤੇ ਕਾਨ ਮਹੇਸ਼। ਮਹੇਸ਼ ਕਹਿੰਦੇ ਨੇ ਸ਼ਿਵ ਜੀ ਨੂੰ। ਭੋਲੇਨਾਥ ਸ਼ਿਵ ਜੀ ਵੀ ਇੱਕ ਨਹੀਂ ਹੈ, ਕਿਤਨੇ ਹੀ ਸ਼ਿਵ ਜੀ ਹਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਸ਼ਿਵ ਜੀ ਨਹੀਂ ਨਜ਼ਰ ਆਉਂਦਾ ਕਿ 88 ਹਜ਼ਾਰ ਵਰਾ ਚੌਂਕੜੀ ਲਾ ਕੇ ਸਮਾਧੀ ਵਿੱਚ ਲੀਨ ਹੋਇਆ। ਪਤਾ ਨਹੀਂ ਕਿੰਨੇ ਕੁ ਦਿਖਣ ਲੱਗ ਪੈਂਦੇ ਹੈ ਜਦੋਂ ਪਰਮਾਤਮਾ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਕੇਤੇ ਬਰਮੇ ਘਾੜਤ ਘੜੀ ਹੈ। ਜਿਵੇਂ ਇਸ ਮਾਤ ਭੂਮੀ ਦੇ ਵਿੱਚ ਕਰਮ ਭੂਮੀ ਦੇ ਜਿਹੜੇ ਅਗਿਆਤ ਜੀਵ ਉਹਨਾਂ ਨੇ ਇੱਕੋ ਹੀ ਬ੍ਰਹਮਾ ਨੂੰ ਮੰਨਿਆ ਕਿ ਬ੍ਰਹਮਾ ਹੀ ਰੱਬ ਹੈ, ਜਿਹੜੇ ਅਗਿਆਤ ਜੀਵ ਹੈ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਗਿਆਨ ਖੰਡੀ ਪੁਰਖ ਹੈ ਉਹਨਾਂ ਨੂੰ ਇੱਕ ਨਹੀਂ, ਕਿਤਨੇ ਹੀ ਬੇਅੰਤ ਹੀ ਉਹਨਾਂ ਨੂੰ ਬ੍ਰਹਮੇ ਨਜ਼ਰ ਆਉਂਦੇ ਹੈ। ਘਾੜਤ ਘੜੀ ਹੈ, ਜੋ ਸ੍ਰਿਸ਼ਟੀ ਦੇ ਜੀਵਾਂ ਦੀ ਘਾੜਤ ਘੜਦੇ ਹੈ। ਸ੍ਰਿਸ਼ਟੀਆਂ ਵੀ ਫਿਰ ਇੱਕ ਨਹੀਂ, ਕਿੰਨੀਆਂ ਹੀ ਨਜ਼ਰ ਆਉਣ ਲੱਗ ਪੈਂਦੀਆਂ ਜਦੋਂ ਪਰਮੇਸ਼ਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਇੱਕ ਕ੍ਰਿਸ਼ਨ ਨਹੀਂ, ਇੱਕ ਮਹੇਸ਼ ਨਹੀਂ, ਇੱਕ ਬ੍ਰਹਮਾ ਨਹੀਂ, ਕਿਤਨੇ ਹੀ ਨਜ਼ਰ ਆਉਣ ਲੱਗ ਪੈਂਦੇ ਹੈ। ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਹੀ ਬ੍ਰਹਮੇ ਪਰਮਾਤਮਾ ਨੇ ਸ੍ਰਿਸ਼ਟੀ ਦੀਆਂ ਸਿਰਜਣਾ ਕਰਨ ਵਾਸਤੇ ਲਗਾਈ ਹੋਈ ਹੈ। ਇੱਕ ਵਾਰ ਗਾਥਾ ਆਉਂਦੀ ਹੈ, ਕਹਿੰਦੇ ਕਿ ਬ੍ਰਹਮਾ ਜੀ ਦਾ ਜੋ ਬਗਦਾਲ ਬ੍ਰਿਖੀ ਦੇ ਆਸਣ ਤੇ ਗਏ ਤੇ ਉਹਨੇ ਸਤਿਕਾਰ ਨਾ ਕੀਤਾ। ਮਨ ਵਿੱਚ ਹੰਕਾਰ ਸੀਗਾ ਕਿ ਮੈਂ ਵੀ ਰਿਖੀ ਹਾਂ, ਫਿਰ ਕੀ ਹੋ ਗਿਆ, ਇਹ ਬ੍ਰਹਮਾ ਹੈ। ਤਾਂ ਜਦੋਂ ਹੰਕਾਰ ਕੀਤਾ ਤੇ ਬ੍ਰਹਮਾ ਨੇ ਵੀ ਅੱਗੋਂ ਨਮਸਕਾਰ ਨਹੀਂ ਕੀਤੀ, ਸੀਸ ਨਹੀਂ ਝੁਕਾਇਆ ਕਿ ਮੈਂ ਵੀ ਆਖਰਕਾਰ ਸ੍ਰਿਸ਼ਟੀ ਨੂੰ ਬਣਾਉਂਦਾ, ਮੇਰੇ ਕੋਲ ਵੀ ਸ਼ਕਤੀ ਕਿੰਨਾ ਸ਼ਕਤੀਸ਼ਾਲੀ ਆ।
ਜਦੋਂ ਹੰਕਾਰ ਹੋਇਆ ਤੇ ਕਹਿੰਦੇ ਐਸੀ ਪਾਉਣ ਚੱਲੀ, ਪਰਮਾਤਮਾ ਨੇ ਐਸੀ ਕਲਾ ਵਰਤਾਈ, ਹੋਰ ਬ੍ਰਹਮਾਂਡ ਵਿੱਚ ਚਲੇ ਗਏ। ਉੱਥੇ 4 ਮੂੰਹ ਵਾਲੇ ਬ੍ਰਹਮੇ ਨੇ 8 ਮੂੰਹ ਵਾਲਾ ਬ੍ਰਹਮਾ ਦੇਖਿਆ, ਬੜਾ ਹੈਰਾਨ ਹੋ ਗਿਆ। ਜਦੋਂ ਮਨ ਵਿੱਚ ਇਵੇਂ ਦੇਖਿਆ ਤੇ ਬੜੀ ਹੈਰਾਨਗੀ ਹੋਈ। ਤੇ ਫਿਰ ਉਹਨੇ ਵੀ ਅੱਗੋਂ ਹੰਕਾਰ ਕੀਤਾ ਕਿ ਇਹਦੇ 4 ਮੂੰਹ ਤੇ ਮੇਰੇ 8 ਹੈ, ਮੈਂ ਕਿ ਉਹਨੂੰ ਝੁਕ ਕੇ ਨਮਸਕਾਰ ਕਰਾਂ। ਫਿਰ ਐਸੀ ਪਾਉਣ ਚੱਲੇ ਕਿ 16 ਮੂੰਹ ਵਾਲੇ ਬ੍ਰਹਮੇ ਦੇਖੇ। ਦੇਖ ਕਰਕੇ ਉਹਨੇ ਵੀ ਹੰਕਾਰ ਕੀਤਾ। ਫਿਰ 32, 64 ਇੱਦਾਂ ਕਰਦੇ ਆਖਰਕਾਰ 1000 ਮੂੰਹ ਵਾਲੇ ਬ੍ਰਹਮੇ ਕੋਲ ਜਦੋਂ ਗਏ ਨਾ, ਉਹ ਬੜਾ ਹੀ ਨਿਮਰਤਾ ਵਾਲਾ ਸੀਗਾ। ਇਹ ਜਿਤਨਾ ਵੀ ਇਹਨਾਂ ਦਾ ਜਥਾ ਬ੍ਰਹਮਿਆਂ ਦਾ ਜਾ ਰਿਹਾ ਸੀਗਾ, ਬਗਦਾਲ ਬ੍ਰਿਖੀ ਦੇ ਨਾਲ ਜਦੋਂ ਹੰਕਾਰ ਕਰਦੇ ਐਸੀ ਪਾਉਣ ਵਗਦੀ ਸੀ ਕਿ ਹੋਰ ਜਾ ਕਰਕੇ ਖੰਡਾਂ ਵਿੱਚ ਚਲੇ ਜਾਂਦੇ ਸਨ, ਹੋਰ ਬ੍ਰਹਮਾਂਡ ਵਿੱਚ ਜਾ ਕੇ ਖਲੋ ਜਾਂਦੇ ਸਨ। ਉੱਥੇ ਕਿੰਨੇ ਕਿੰਨੇ ਮੂੰਹਾਂ ਵਾਲੇ ਬ੍ਰਹਮੇ ਨਜ਼ਰ ਆਉਂਦੇ। ਜਦੋਂ 1000 ਬ੍ਰਹਮੇ ਵਾਲੇ ਨੇ ਦੇਖਿਆ, ਉਹ ਬੜਾ ਨਿਮਰਤਾਵਾਨ ਸੀ। ਆਪਣੇ ਸੇਵਕਾਂ ਨੂੰ ਨਾਲ ਲੈ ਕੇ ਕਹਿੰਦਾ ਚਲੋ ਜਿਤਨੇ ਵੀ ਬ੍ਰਹਮੇ ਹੈ, ਬਹੁਤ ਸਾਰੇ ਉਹਨਾਂ ਦਾ ਇਕੱਠ ਸਮੂਹ ਆ ਰਿਹਾ, ਚਲੋ ਸਤਿਕਾਰ ਵਜੋਂ ਉਹਨਾਂ ਨੂੰ ਲੈਣ ਵਾਸਤੇ ਚੱਲੀਏ। ਨਮਸਕਾਰ ਕੀਤੀ 1000 ਮੂੰਹ ਵਾਲੇ ਬ੍ਰਹਮੇ ਨੇ। ਕਹਿੰਦੇ ਆਓ ਜੀ, ਬੜੀ ਕਿਰਪਾ ਕੀਤੀ, ਸਾਨੂੰ ਦਰਸ਼ਨ ਦਿੱਤੇ ਬ੍ਰਹਮਾਂਡ ਵਿੱਚ ਆ ਕੇ। ਮਹਾਰਾਜ ਕਿਵੇਂ ਆਪ ਜੀ ਦਾ ਆਵਣਾ ਹੋਇਆ? ਤੇ ਕਹਿੰਦੇ ਹਵਾ ਦੇ ਵੇਗ ਦੇ ਨਾਲ ਸਾਰੇ ਝੁਲਸੇ ਪਏ ਸੀ, ਮੱਤ ਮਾਰੀ ਹੋਈ ਸੀ, ਕਿਸੇ ਤੋਂ ਬੋਲਿਆ ਵੀ ਨਹੀਂ ਸੀਗਾ ਜਾ ਰਿਹਾ ਜਿਨ੍ਹਾਂ ਨੇ ਹੰਕਾਰ ਕੀਤਾ ਸੀ। ਹਵਾ ਇੰਨੀ ਤੇਜ਼ੀ ਦੇ ਨਾਲ ਵਗਦੀ ਸੀ ਕਿ ਮੱਤ ਵਿਚਲ ਗਈ ਸੀ ਸਾਰਿਆਂ ਦੀ, ਕੋਈ ਸੁੱਧ ਬੁੱਧ ਨਹੀਂ ਸੀ ਕਿਸੇ ਨੂੰ ਰਹੀ। ਫਿਰ ਕਹਿੰਦੇ ਮਹਾਰਾਜ ਅਸੀਂ ਤਾਂ ਹੰਕਾਰ ਕਰ ਬੈਠੇ ਸਾਂ, ਇਹ ਤੁਹਾਡੇ ਵਿੱਚ ਇੰਨੀ ਨਿਮਰਤਾ? ਸਾਡੇ 1000 ਤੁਹਾਡੇ ਜਿਹੜੇ ਮੁਖ ਲੱਗੇ ਹੋਏ ਹੈ ਸਾਡੇ ਸਭ ਨਾਲੋਂ ਵੱਧ ਹੈ, ਫਿਰ ਵੀ ਨਿਮਰਤਾ ਧਾਰਨ ਕੀਤੀ ਹੈ। ਤੋ 1000 ਮੂੰਹ ਵਾਲੇ ਬ੍ਰਹਮੇ ਨੇ ਆਖਿਆ ਤੁਸੀਂ ਹੰਕਾਰ ਕੀਤਾ? ਕਹਿੰਦਾ ਮੇਰੇ ਤਾਂ 1000 ਮੁਖ ਲੱਗੇ ਹੈ, ਪਰ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਪਰਮੇਸ਼ਰ ਦੇ ਵਸਦੇ, ਇੱਕ ਇੱਕ ਰੋਮ ਦੇ ਵਿੱਚ। ਤੇ ਕਰੋੜਾਂ ਕਰੋੜਾਂ ਪ੍ਰਮਾਤਮਾ ਨੇ ਬ੍ਰਹਮੇ ਸ੍ਰਿਸ਼ਟੀਆਂ ਨੂੰ ਸਾਜਣ ਦੇ ਵਾਸਤੇ ਲਗਾਏ ਹੈ। ਕੋਟ ਬ੍ਰਹਮੇ ਜਗ ਸਾਜਣ ਲਾਏ, ਤੇ ਤੁਸੀਂ ਥੋੜੇ ਜਿਹੇ ਮੂੰਹ ਲੈ ਕੇ ਹੰਕਾਰ ਕਰੀ ਜਾਂਦੇ ਹੋ। ਜਾਓ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੋ, ਪਰਮੇਸ਼ਰ ਤੋਂ ਭੁੱਲ ਬਖਸ਼ਾਓ, ਨਹੀਂ ਤਾਂ ਹੰਕਾਰ ਕਰੋਗੇ ਤੇ ਤੁਹਾਡੇ ਪੱਲੇ ਕੁਝ ਨਹੀਂ ਜੇ ਪੈਣਾ। ਇਸ ਪ੍ਰਕਾਰ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕੀਤੇ ਬਰਮੇ ਘਾੜਤ ਘੜੀਏ। ਇੱਕ ਨਹੀਂ, ਪਤਾ ਨਹੀਂ ਕਿਤਨੇ ਬ੍ਰਹਮੇ ਫਿਰ ਸ੍ਰਿਸ਼ਟੀਆਂ ਦੀਆਂ ਘਾੜਤ ਘਟਦੇ ਹੋਏ ਨਜ਼ਰ ਆਉਣ ਲੱਗ ਪੈਂਦੇ ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਫਰਮਾਨ ਕੀਤਾ ਕੀਤੇ ਬਰਮੇ ਘਾੜਤ ਘੜੀਏ। ਪਰਮਾਤਮਾ ਦੀ ਬਖਸ਼ੀ ਹੋਈ ਸ਼ਕਤੀ ਦੁਆਰਾ ਇਹ ਸਿੱਧੇ ਕਿਤਨੇ ਹੀ ਸੰਸਾਰ ਦੇ ਅੰਦਰ ਬ੍ਰਹਮੇ ਹੈ। ਇਸ ਬ੍ਰਹਮਾਂਡ ਦੇ ਵਿੱਚ ਇੱਕ ਹੈ ਤੇ ਹੋਰ ਕਿਤਨੇ ਹੀ ਬ੍ਰਹਮਾਂਡ ਹਨ। ਉਹ ਸਭ ਥਾਵਾਂ ਤੇ ਬ੍ਰਹਮੇ ਸ੍ਰਿਸ਼ਟੀਆਂ ਦੀ ਘਾੜਤ ਘੜ ਰਹੇ ਹਨ। ਰੂਪ ਰੰਗ ਕੇ ਵੇਸ। ਫਿਰ ਇੱਕ ਤਰ੍ਹਾਂ ਦਾ ਰੂਪ ਨਹੀਂ ਹੈ, ਇੱਕ ਰੰਗ ਨਹੀਂ, ਇੱਕ ਵੇਸ ਨਹੀਂ ਸ੍ਰਿਸ਼ਟੀਆਂ ਦਾ। ਅੰਤ ਹੀ ਨਹੀਂ ਪੈਂਦਾ। ਇੱਕ ਜੂਨ ਦੇ ਵਿੱਚ ਹੀ ਜੀਵਾਂ ਦਾ ਅੰਤ ਨਹੀਂ ਪੈਂਦਾ। ਕਿੰਨੇ ਕਿੰਨੇ ਰੰਗ ਹੈ, ਕਿੰਨੀਆਂ ਕਿੰਨੀਆਂ ਜਾਤਾਂ ਪਾਤਾਂ, ਕਿੰਨੇ ਕਿੰਨੇ ਉਹਨਾਂ ਦੇ ਨਾਮ ਹੈ। ਤੇ 84 ਲੱਖ ਜੂਨਾਂ ਵਿੱਚ ਤਮਾਮ ਪੈਦਾ ਕੀਤੇ ਹੋਏ ਜੀਵ, ਉਹਨਾਂ ਦਾ ਅੰਤ ਕਿਵੇਂ ਭਲਾ ਪਾਇਆ ਜਾ ਸਕਦਾ ਹੈ? ਰੂਪ ਰੰਗ ਕੇ ਵੇਸ਼, ਕਿਤਨੇ ਹੀ ਰੂਪ, ਕਿਤਨੇ ਹੀ ਵੇਸ਼, ਕਿਤਨੇ ਹੀ ਰੰਗ ਹੈ। ਪਰਮਾਤਮਾ ਦੇ ਐਸੇ ਅਚਰਜ ਕੌਤਕ ਹਨ, ਪਰ ਇਹ ਤਾਂ ਇਹ ਸਿੱਧੋ ਨਜ਼ਰ ਆਉਂਦੇ ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਕੀਤਿਆ ਕਰਮ ਭੂਮੀ ਮੇਰ ਕੀਤੇ। ਜਿਵੇਂ ਇੱਕ ਭਾਰਤ ਖੰਡ ਮੰਨਿਆ ਜਾਂਦਾ ਜਿਹਨੂੰ ਕਰਮ ਭੂਮੀ ਕਿਹਾ ਜਾਂਦਾ ਹੈ, ਜਿਸ ਵਿੱਚ ਕੇਵਲ ਕੁਝ ਗਿਣਤੀ ਵਿੱਚ ਜੀਵ ਹਨ। ਬਾਕੀ ਜ਼ਿਆਦਾਤਰ ਤਾਂ ਸੰਸਾਰ ਦੇ ਅੰਦਰ ਉਹ ਜੀਵ ਹੈ ਜਿਨ੍ਹਾਂ ਨੇ ਖਾ ਲਿਆ, ਪਹਿਨ ਲਿਆ, ਕਮਾ ਲਿਆ, ਵਿਸ਼ਿਆਂ ਨੂੰ ਭੋਗ ਲਿਆ। ਕੋਈ ਪਤਾ ਨਹੀਂ, ਕੋਈ ਸੁੱਧ ਬੁੱਧ ਨਹੀਂ ਹੈ ਕਿ ਜਗਤ ਵਿੱਚ ਕੀ ਕਰਨ ਲਈ ਅਸੀਂ ਆਏ ਹਾਂ। ਸ਼ੁਭ ਕਰਮ ਕਮਾ ਕੇ ਪਰਮੇਸ਼ਰ ਦੀ ਅਭੇਦਤਾ ਪਾਵਣੀ ਹੈ। ਕੋਈ ਸੁੱਧ ਬੁੱਧ ਖਬਰਸਾਰ ਨਹੀਂ ਹੈ। ਗਰੀਬਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹੈ, ਹੇ ਸਿੱਧੋ ਕਿਤਨੇ ਹੀ ਐਸੇ ਕਰਮ ਭੂਮੀਆਂ ਹਨ। ਕੀਤੇ ਕਰਮ ਭੂਮੀ ਕਿਤਨੀਆਂ ਹੀ ਹਨ, ਇੱਕ ਨਹੀਂ ਹੈ। ਭਾਰਤ ਖੰਡ ਕਿਤਨੇ ਹੀ ਹੈ, ਗਿਣੇ ਨਹੀਂ ਜਾ ਸਕਦੇ। ਪਰ ਨਜ਼ਰ ਤਾਂ ਆਉਂਦੇ ਹੈ ਜਦੋਂ ਪਰਮਾਤਮਾ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਮੇਰਾ ਨਾਮ ਹੈ ਸੁਮੇਰ ਪਰਬਤ ਦਾ, ਜਿਹਨੂੰ ਸੋਨੇ ਦਾ ਪਰਬਤ ਪਹਾੜ ਵੀ ਕਿਹਾ ਜਾਂਦਾ ਹੈ। ਜੇ ਸੁਮੇਰ ਪਰਬਤ ਉੱਪਰ
ਸਿੱਧਾਂ ਦੇ ਨਾਲ ਚਰਚਾ ਕੀਤੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹਜੂਰ ਨੂੰ ਜਿਵੇਂ ਜਿਵੇਂ ਸਵਾਲ ਕਰਦੇ ਸਨ, ਹਜੂਰ ਯੋਗ ਉੱਤਰ ਦੇ ਕਰਕੇ ਸ਼ੰਕਿਆ ਭਰਮਾਂ ਦੀ ਨਿਵਰਤੀ ਕਰੀ ਜਾਂਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਸ਼ਕਤੀ ਦੁਆਰਾ ਸਿੱਧਾ ਦੀ ਮੰਡਲੀ ਨੂੰ ਜਿੱਤਿਆ ਸੀਗਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਹੈ ਨਾ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਨ ਆਪਣਾ ਪੁਰਖ ਨਿਰਾਲਾ, ਕੀਤੋਨ ਆਪਣਾ ਪੰਥ ਨਿਰਾਲਾ। ਨਿਰਾਲਾ ਪੰਥ ਉਜਾਗਰ ਕੀਤਾ ਜੋ ਸਿੱਖ ਪੰਥ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੀ ਸ਼ਕਤੀ ਦੁਆਰਾ ਸਭ ਸਿੱਧਾਂ ਨੂੰ ਜਿੱਤ ਲਿਆ। ਜੋ ਕਰਾਮਾਤਾਂ ਦੇ ਵਿੱਚ ਹੀ ਫਸੇ ਹੋਏ ਸਨ, ਕੇਵਲ ਸ਼ਕਤੀਆਂ ਦਾ ਹੀ ਹੰਕਾਰ ਕਰੀ ਜਾਂਦੇ ਸਨ, ਹਜੂਰ ਨੇ ਸਭ ਸਿੱਧਾਂ ਨੂੰ ਜਿੱਤ ਕਰਕੇ ਤੇ ਚਰਣੀ ਨਿਵਾ ਦਿੱਤਾ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਕਿਤਨੀਆਂ ਹੀ ਕਰਮ ਭੂਮੀਆਂ ਹੈ ਸਿੱਧੋ, ਜਿਸ ਸੁਮੇਰ ਪਰਬਤ ਤੇ ਬੈਠੇ ਵੀ ਇੱਕ ਨਹੀਂ ਜੇ, ਮੇਰ ਕੇਤੇ ਕਿਤਨੇ ਸੁਮੇਰ ਪਰਬਤ ਹੈ। ਇਹ ਸੁਮੇਰ ਪਰਬਤ ਦੇ ਪਰਥਾਈ ਜ਼ਿਕਰ ਆਉਂਦਾ, ਕਹਿੰਦੇ ਕਿ ਛਤਰੀ ਵਰਗਾ ਇਹਦਾ ਆਕਾਰ ਹੈ, ਹੇਠਾਂ ਤੋਂ ਪਤਲਾ ਤੇ ਉੱਪਰ ਬੜਾ ਚੌੜਾਈ ਦੇ ਵਿੱਚ ਹੈ। 14 ਲੱਖ ਯੋਜਨ ਕਹਿੰਦੇ ਧਰਤੀ ਦੇ ਵਿੱਚ ਧਸਿਆ ਹੈ ਤੇ 86 ਲੱਖ ਯੋਜਨ ਆਕਾਰ ਇਹਦਾ ਉਚਾਈ ਹੈ। ਇਹਦੇ ਪਰਥਾਈ ਵਿਦਵਾਨਾਂ ਨੇ ਜ਼ਿਕਰ ਕੀਤਾ। ਇਸ ਪ੍ਰਕਾਰ ਕਹਿੰਦੇ ਐਸਾ ਇਹ ਸੋਨੇ ਦਾ ਪਹਾੜ ਹੈ ਸੁਮੇਰ ਪਰਬਤ, ਇਹ ਸਿੱਧੋ ਵੀ ਇੱਕ ਨਹੀਂ ਹੈ, ਕਿਤਨੇ ਹੀ ਹਨ। ਕੀਤੇ ਤੂ ਉਪਦੇਸਾ, ਜਿਵੇਂ ਭਗਤ ਧਰੂ ਜੀ ਦੇ ਪਰਥਾਏ ਗੁਰਬਾਣੀ ਵਿੱਚ ਬਚਨ ਆਉਂਦੇ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਛੋਟੀ ਜੀ ਉਮਰਾਂ ਦੇ ਵਿੱਚ 5 ਬਰਖ ਕੋ ਅਨਾਥ, ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। 5 ਸਾਲ ਦੀ ਉਮਰਾਂ ਦੇ ਵਿੱਚ ਕਿੰਨੀ ਮਸ਼ੱਕਤ ਘਾਲਣਾ ਘਾਲ ਕੇ ਤੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ। ਅਟਲ ਭਇਓ ਤੂੰ ਜਾ ਕੇ ਸਿਮਰਨ, ਆਰ ਨਿਰਭੈ ਪਦ ਪਾਇਆ। ਕਹਿੰਦੇ ਹਨ ਅਟਲ ਪਦਵੀ ਨੂੰ ਪ੍ਰਾਪਤ ਕੀਤਾ ਛੋਟੀ ਜਿਹੀ ਉਮਰਾਂ ਦੇ ਵਿੱਚ। ਉਹ ਧਰੂ ਭਗਤ ਵੀ ਇੱਕ ਨਹੀਂ ਹੈ, ਕੇਤੇ ਤੂੰ ਉਪਦੇਸ਼, ਤੇ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਵਰਗੇ ਵੀ ਇੱਕ ਥੋੜਾ, ਕਿਤਨੇ ਹੀ ਹੈ। ਕਿਉਂਕਿ ਜਦੋਂ ਰਾਜੇ ਉਤਾਨਪਾਦ ਦਾ ਸਭ ਰਾਜ ਭਾਗ ਛੱਡ ਕੇ ਭਗਤ ਧਰੂ ਜੀ ਦੀ ਸਾਖੀ ਦੇ ਪਰਥਾਏ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਣਾ ਕੀਤਾ ਹੈ। ਜਦੋਂ ਸੁਰੀਤੀ ਮਾਤਾ ਨੇ, ਜੋ ਸੁਤੇਲੀ ਮਾਂ ਸੀ ਭਗਤ ਧਰੂ ਜੀ ਦੀ, ਭਗਤ ਧਰੂ ਜੀ ਆਪਣੇ ਪਿਤਾ ਉਤਾਨਪਾਦ ਰਾਜੇ ਦੀ ਗੋਦ ਵਿੱਚ ਬੈਠੇ ਸਨ ਤੇ ਸੁਤੇਲੀ ਮਾਂ ਤੋਂ ਦੇਖ ਕੇ ਜਰਿਆ ਨਾ ਗਿਆ। ਆ ਕੇ ਮੁਖ ਤੇ ਬੜੀ ਜ਼ੋਰ ਦੇ ਨਾਲ ਚਪੇੜ ਮਾਰੀ ਤੇ ਕਿਹਾ ਕਿ ਜੇ ਇੰਨਾ ਹੀ ਤੈਨੂੰ ਚਾਅ ਪਿਤਾ ਦੀ ਗੋਦ ਵਿੱਚ ਬੈਠਣ ਦਾ ਤੇ ਮੇਰੀ ਕੁੱਖੋਂ ਜਨਮ ਲੈਂਦਾ, ਜੇ ਇੰਨਾ ਹੀ ਚਾਅ ਹੈ ਤਾਂ। ਰੋਂਦੇ ਹੋਏ ਆਪਣੀ ਮਾਂ ਦੇ ਕੋਲ ਗਏ ਤੇ ਕਹਿਣ ਲੱਗੇ, ਹੇ ਮਾਂ, ਮੈਨੂੰ ਪਹਿਲਾਂ ਦੱਸ ਤੂੰ ਰਾਣੀ ਹੈ ਕਿ ਗੋਲੀ ਹੈ। ਤੇ ਕਹਿਣ ਲੱਗੀ, ਐ ਪੁੱਤਰ, ਹੈ ਤਾਂ ਮੈਂ ਜਨਮ ਘਰਾਣਿਆਂ ਤੋਂ ਹੀ ਰਾਣੀ ਆ, ਫਿਰ ਕਹਿੰਦੇ ਤੇਰੇ ਨਾਲ ਗੋਲੀਆਂ ਵਾਲਾ ਵਿਹਾਰ ਕਿਉਂ ਹੁੰਦਾ ਪਿਆ। ਕਹਿੰਦੇ ਐ ਪੁੱਤਰ, ਰਾਮ ਨਾ ਭਗਤੀ ਕਰਮ ਦ੍ਰਿੜੀਤਾ। ਕਹਿੰਦੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਪਰਮੇਸ਼ਰ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਤਾਂ ਗੋਲੀਆਂ ਵਾਲਾ ਸਾਡੇ ਨਾਲ ਵਿਵਹਾਰ ਹੁੰਦਾ ਪਿਆ, ਪਰਮਾਤਮਾ ਦੀ ਬੰਦਗੀ ਨਾ ਕਰਨੀ ਕਰਕੇ। ਤੇ ਕਹਿਣ ਲੱਗੇ, ਫਿਰ ਮਾਂ, ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਕਹਿੰਦਾ ਮੈਂ ਕਿਹੜਾ ਉਦਮ ਕਰਾਂ ਜਿਹੜੇ ਸ਼ਤਰੂਆਂ ਦੁਸ਼ਮਣਾਂ ਵਾਂਗ ਮੇਰੀ ਸਤੇਲੀ ਜਿਹੜੀ ਮਾਂ ਹੈ ਉਹ ਮੇਰੇ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰਦੀ, ਤੇ ਮਿੱਤਰਾਂ ਵਾਂਗ ਆਪਣੇ ਵਾਂਗ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਹੈ ਮਾਂ, ਐਵੇਂ ਉਹ ਮਾਂ ਵੀ ਮੈਨੂੰ ਪਿਆਰ ਕਰਿਆ ਕਰੇ। ਤੇ ਸਿਆਣੀ ਮਾਂ ਨੇ ਇਹ ਨਹੀਂ ਕਿਹਾ ਕਿ ਪੁੱਤ ਜਾ ਕਈ ਫੜ, ਕੋਈ ਸ਼ਸਤਰ ਫੜ ਤੇ ਜਾ ਕੇ ਸਿਰ ਦੇ ਵਿੱਚ ਜਾ ਕੇ ਮਾਰ ਦੇ, ਨਾ, ਬੜੇ ਪਿਆਰ ਦੇ ਨਾਲ ਪੁਲੂਸ ਕਰਕੇ ਕਿਹਾ। ਕਹਿਣ ਲੱਗੇ, ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਜੇ ਪਰਮੇਸ਼ਰ ਦੀ ਆਰਾਧਨਾ ਕਰੀਏ ਤੇ ਪਤਿਤ ਪਾਪੀ ਜੀਵ ਵੀ ਪਵਿੱਤਰ ਹੋ ਜਾਂਦੇ ਆ। ਤੇ ਇਹ ਰਾਜ ਭਾਗ, ਦੁਸ਼ਮਣ ਜਿਹੜੇ ਮਿੱਤਰ ਬਣ ਜਾਣੇ ਤਾਂ ਬੜੀ ਛੋਟੀ ਜੀ ਗੱਲ ਹੈ। ਫਿਰ ਮਨ ਵਿੱਚ ਨਿਸ਼ਚੈ ਕਰਕੇ ਧਾਰ ਲਿਆ ਕਿ ਹੁਣ ਤਾਂ ਪਰਮਾਤਮਾ ਦੀ ਭਗਤੀ ਹੀ ਕਰਨੀ ਹੈ। ਬੜੇ ਭਿਆਨਕ ਜੰਗਲ ਵਿੱਚ ਤੁਰੇ ਜਾ ਰਹੇ, 5 ਸਾਲ ਦੀ ਉਮਰ। ਤੇ ਰਸਤੇ ਵਿੱਚ ਨਾਰਦ ਮੁਨੀ ਜੀ ਮਿਲੇ, ਕਹਿਣ ਲੱਗੇ, ਹੇ ਬਾਲਕ, ਕਿੱਥੇ ਤੁਰੇ ਜਾ ਰਹੇ ਹੋ। ਕਹਿੰਦੇ ਜੀ ਪਰਮਾਤਮਾ ਦੀ ਭਗਤੀ ਕਰਨ ਵਾਸਤੇ। ਕਹਿਣ ਲੱਗੇ, ਜੰਗਲ ਬੜਾ ਭਿਆਨਕ ਹੈ, ਰਸਤੇ ਵਿੱਚ ਸ਼ੇਰ ਵਗੈਰਾ ਕੋਈ ਭਿਆਨਕ ਜਾਨਵਰ ਖਾ ਜਾਵੇਗਾ। ਕਹਿੰਦੇ ਕੋਈ ਪਰਵਾਹ ਨਹੀਂ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ ਜਿਹਦੇ ਕਰਕੇ ਸਭ ਦਾਤਾਂ ਮਿਲਦੀਆਂ ਨੇ। ਫਿਰ ਬਥੇਰਾ ਸਮਝਾਇਆ ਵੀ
ਤੇ ਜੇਕਰ ਆਵੰਦਾ ਕਿ ਰਾਜੇ ਨੂੰ ਲਾਹਣਤਾਂ ਪਾਈਆਂ ਸੀ ਨਾਰਦ ਮੁਨੀ ਨੇ ਆ ਕੇ, ਤੇ ਤੂੰ ਇੱਥੇ ਰਾਜ ਭਾਗ ਵਿੱਚ ਬੈਠਾ, 5 ਸਾਲ ਦੀ ਉਮਰ ਵਿੱਚ ਦੇਖ ਸ਼ਰਮ ਕਰ, ਤੇਰਾ ਪੁੱਤਰ ਜੰਗਲ ਵਿੱਚ ਜਾ ਰਿਹਾ ਭਗਤੀ ਕਰਨ ਵਾਸਤੇ, ਤੇਰੇ ਤੋਂ ਦੁਖੀ ਹੋ ਕੇ ਕਿਉਂ ਨਹੀਂ ਪੁੱਤਰਾਂ ਵਾਲਾ ਵਿਵਹਾਰ ਕਰਦੇ। ਫਿਰ ਮੋਹ ਵਸ ਹੋ ਕੇ ਕਹਿਣ ਲੱਗਾ, ਰਾਜਾ ਕਹਿੰਦਾ ਕਿ ਅੱਧਾ ਰਾਜ ਭਾਗ ਮੈਂ ਹੁਣੇ ਦਿੰਦਾ, ਮਗਰ ਆਇਆ ਸੀ ਭੱਜ ਕੇ ਰਾਜਾ ਉਤਾਨਪਾਦ ਭਗਤ ਧਰੂ ਜੀ ਦਾ ਪਿਤਾ। ਫਿਰ ਮਨ ਵਿੱਚ ਵਿਚਾਰ ਕੀਤੀ, ਅਜੇ ਮੈਂ ਭਗਤੀ ਸ਼ੁਰੂ ਵੀ ਨਹੀਂ ਕੀਤੀ, ਤੁਰਿਆ ਜਾ ਰਿਹਾ, ਅੱਧਾ ਰਾਜ ਭਾਗ ਮੈਨੂੰ ਹੁਣੇ ਹੀ ਮਿਲਦਾ ਪਿਆ, ਤੇ ਜੇ ਮੈਂ ਭਗਤੀ ਕਰਾਂ ਤੇ ਫਿਰ ਕਿੰਨਾ ਵੱਡਾ ਰਾਜ ਭਾਗ ਮੈਨੂੰ ਮਿਲੇਗਾ, ਇਹਦਾ ਕੋਈ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਇਨਕਾਰ ਕਰ ਦਿੱਤਾ ਸੀ, ਕਹਿੰਦੇ ਨਾ ਪਿਤਾ ਹੁਣ ਨਹੀਂ, ਹੁਣ ਤਾਂ ਪਰਮਾਤਮਾ ਦੀ ਭਗਤੀ ਹੀ ਕਰਾਂਗਾ। ਜੰਗਲ ਵਿੱਚ ਗਏ, ਬਹੁਤ ਘਾਲਣਾ ਘਾਲੀ, ਤੇ ਫਿਰ ਉਪਦੇਸ਼ ਨਾਰਦ ਮੁਨੀ ਜੀ ਤੋਂ ਲਿਆ ਸੀਗਾ ਨਾਮ ਦੀ ਦਾਤ। ਇਹ ਤੇ ਉਪਦੇਸ਼ ਸ਼ਬਦ ਦਾ ਸਤਿਗੁਰੂ ਜੀ ਨੇ ਵਰਤਿਆ ਕਿ ਤੇ ਤੂੰ ਉਪਦੇਸ਼, ਕਿੰਨੇ ਹੀ ਧਰੂਵ ਹੈ, ਕਿੰਨੇ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਹੈ, ਪਰ ਤਾਂ ਨਜ਼ਰ ਆਉਂਦੇ ਜਦੋਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਕੀਤੇ ਇੰਦ ਚੰਦ ਸੂਰ ਕੀਤੇ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਆ, ਹੇ ਸਿੱਧੋ ਕਿਤਨੇ ਹੀ ਇੰਦਰ ਦੇਵਤੇ ਆ, ਕਿਤਨੇ ਹੀ ਚੰਦਰਮਾ ਹਨ, ਕਿਤਨੇ ਹੀ ਸੂਰਜ ਹੈ ਜੋ ਧਰਤੀ ਤੇ ਸਭ ਥਾਵਾਂ ਤੇ ਪ੍ਰਕਾਸ਼ ਕਰਦੇ ਪਏ ਹੈ। ਕੇਤੇ ਇੰਦ ਚੰਦ ਸੂਰ ਕੇਤੇ, ਜਿਵੇਂ ਇੰਦਰ ਦੇਵਤਾ ਇੱਕੋ ਹੀ ਸਾਧ ਸੰਗਤ ਜੀ ਮੰਨਿਆ ਜਾਂਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ ਸਿੱਧੋ ਇੱਕ ਨਹੀਂ, ਕਿਤਨੇ ਹੀ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਸ ਪ੍ਰਕਾਰ ਜ਼ਿਕਰ ਆਉਂਦਾ ਕਿ 72 ਰਾਜ ਭਾਗ ਦੀਆਂ ਚੌਂਕੜੀਆਂ ਲਗਾ ਲੈਂਦੇ ਨੇ ਜਦੋਂ ਇੰਦਰ ਦੇਵਤੇ, ਉਦੋਂ ਬ੍ਰਹਮਾ ਜੀ ਦਾ ਇੱਕ ਦਿਨ ਬਣਦਾ ਹੈ, ਜਿਸ ਨੂੰ ਕਲਪ ਯੁੱਗ ਕਿਹਾ ਜਾਂਦਾ ਕਿ ਬਹੁਤ ਲੰਮੇਰਾ ਸਮਾਂ, ਉਹਨੂੰ ਕਲਪ ਯੁੱਗ ਕਿਹਾ ਜਾਂਦਾ ਨਾ। ਜਿਵੇਂ ਸਿਆਣੇ ਕਹਿੰਦੇ ਕਲਪ ਯੁੱਗਾਂ ਤੱਕ ਵੀ ਇਹ ਬੰਦੇ ਨੂੰ ਕੁਝ ਮਿਲ ਨਹੀਂ ਸਕਦਾ, ਆਮ ਹੀ ਸਿਆਣੇ ਗੱਲ ਕਰਦੇ ਆ, ਕਹਾਵਤ ਬਣਾਉਂਦੇ ਆ, ਉਹਨੂੰ ਕਲਪ ਯੁੱਗ ਕਿਹਾ ਜਾਂਦਾ ਹੈ। ਜਦੋਂ ਸਾਧ ਸੰਗਤ ਜੀ ਇੱਕ ਦਿਨ ਬ੍ਰਹਮਾ ਦਾ ਬਤੀਤ ਹੁੰਦਾ, ਇੰਦਰ ਦੇਵਤੇ 14 ਇੰਦਰ ਵਿਨਾਸ਼ ਕਾਲ, ਬ੍ਰਹਮੇ ਦਾ ਇੱਕ ਦਿਵਸ ਕਹਾਵੇ, 14 ਇੰਦਰ ਦੇਵਤੇ ਰਾਜ ਪਦਵੀ ਨੂੰ ਭੋਗ ਕੇ ਮਰ ਜਾਂਦੇ, ਫੇਰ ਜਨਮ ਲੈਂਦੇ, ਫੇਰ ਮਰ ਜਾਂਦੇ ਹੈ। 72 ਚੌਂਕੜੀਆਂ ਲਗਾ ਕਰਕੇ ਤੇ ਬ੍ਰਹਮਾ ਜੀ ਦਾ ਇੱਕੋ ਹੀ ਦਿਨ ਬਣਦਾ। ਭਾਈ ਗੁਰਦਾਸ ਸਾਹਿਬ ਜੀ ਨੇ ਦੀ ਗਿਣਤੀ ਕੀਤੀ ਹੈ। ਇਸ ਪ੍ਰਕਾਰ ਕਹਿੰਦੇ ਕਿਤੇ ਇੰਦਰ ਦੇਵਤਾ ਵੀ ਇੱਕ ਨਾ ਜਾਣੋ, ਕਿਤਨੇ ਹੀ ਹੈ, ਚੰਦ ਚੰਦਰਮਾ ਵੀ ਇੱਕ ਨਾ ਜਾਣੋ, ਕਿਤਨੇ ਹੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਚੰਦਰਮਾ ਹੈ। ਸੂਰਜ ਵੀ ਇੱਕ ਨਾ ਜਾਣੋ, ਇਹ ਸਿੱਧੋ ਬੇਅੰਤ ਪਰਮੇਸ਼ਰ ਦੇ ਪੈਦਾ ਕੀਤੇ ਸੂਰਜ ਵੀ ਹਨ। ਕੀਤੇ ਮੰਡਲ ਦੇਸਾ। ਮੰਡਲ ਕਹਿੰਦੇ ਸਾਧ ਸੰਗਤ ਜੀ ਜੋ 400 ਯੋਜਨ ਦਾ ਇੱਕ ਮੰਡਲ ਮੰਨਿਆ ਜਾਂਦਾ ਹੈ। ਕੀਤੇ ਮੰਡਲ ਦੇਸ਼ ਵੀ ਇੱਕ ਥੋੜਾ, ਜਿਵੇਂ ਮਾਝਾ, ਦੁਆਬਾ, ਮਾਲਵਾ, ਪੋਠੋਹਾਰ, ਕਾਬਲ, ਕੰਧਾਰ ਵੱਖੋ ਵੱਖਰੇ ਹੈ, ਇਵੇਂ ਦੇਸ਼ ਵੀ ਇੱਕ ਥੋੜਾ। ਹੁਣ ਵੀ ਜਿਵੇਂ ਇੱਕ ਦੇਸ਼ ਹੈ, ਬਾਹਰ ਵਿਦੇਸ਼ ਵੀ ਹੈ, ਵੱਖੋ ਵੱਖਰੇ ਉਹਨਾਂ ਦੇ ਕੰਟਰੀਆਂ ਦੇ ਨਾਮ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ हे ਸਿੱਧੋ ਕਿਤਨੇ ਹੀ ਦੇਸ਼ ਹੈ ਔਰ ਕਿਤਨੇ ਹੀ ਸੂਰਜ ਚੰਦਰਮਾ ਇੰਦਰ ਦੇਵਤੇ ਆਦਿਕ ਹਨ। ਕੀਤੇ ਸਿੱਧ ਬੁੱਧਨਾਥ ਕੀਤੇ। ਜਿਵੇਂ ਸਿੱਧਾਂ ਦੀ ਗਿਣਤੀ ਕੀਤੀ ਗਈ ਹੈ 84, ਮਹਾਰਾਜ ਕਹਿੰਦੇ ਹੈ ਸਿੱਧੋ ਤੁਸੀਂ ਵੀ 84 ਨਹੀਂ, ਪਤਾ ਨਹੀਂ ਕਿਤਨੇ ਕਿ ਤੁਹਾਡੀ ਗਿਣਤੀ ਹੈ, ਗਿਣੇ ਨਹੀਂ ਜਾ ਸਕਦੇ, ਪਰ ਤੁਹਾਡੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਾ ਹੋਣੇ ਕਰਕੇ ਤੁਹਾਨੂੰ 84 ਹੀ ਸਿੱਧ ਨਜ਼ਰ ਆ ਰਹੇ ਹੈ। ਕੀਤੇ ਸਿੱਧ। ਫਿਰ ਕਹਿੰਦੇ ਬੁੱਧ, ਜਿਨ੍ਹਾਂ ਨੇ ਬੁੱਧ ਧਰਮ ਨੂੰ ਧਾਰਨ ਕੀਤਾ। ਬੁੱਧ ਬੁੱਧੀਵਾਨ ਨੂੰ ਵੀ ਆਖਿਆ ਜਾਂਦਾ ਹੈ। ਬੁੱਧ ਆਦਿ ਗ੍ਰਹਿਆਂ ਦੇ ਨਾਮ ਵੀ ਹੈ, ਉਹ ਵੀ ਕਿਤਨੇ ਹੀ ਹੈ, ਉਹ ਵੀ 1 ਜਾਂ 5-7 ਨਹੀਂ ਹੈ, ਕਿਤਨੇ ਹੀ ਬੁੱਧ ਹਨ, ਕਿਤਨੇ ਹੀ ਬੋਧੀ ਹੈ, ਬੁੱਧੀਮਾਨ ਵੀ ਕਿਤਨੇ ਹੈ, ਤੇ ਬੁੱਧ ਗ੍ਰਹਿ ਵੀ ਕਿਤਨੇ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਜਿਹੜੇ ਬੋਧੀ ਹੈ ਨਾ, ਉਹ ਕੇਵਲ ਬੁੱਧੀ ਤੱਕ ਹੀ ਸੀਮਿਤ ਹੈ, ਕਹਿੰਦੇ ਬੁੱਧੀ ਤੋਂ ਅੱਗੇ ਕੁਝ ਵੀ ਨਹੀਂ ਹੈ, ਜੋ ਕੁਝ ਵੀ ਹੈ ਉਹ ਇਹ ਬੁੱਧ ਦੇ ਵਿੱਚ ਮੰਨਿਆ ਜਾਂਦਾ ਹੈ, ਬੁੱਧ ਧਰਮ ਦੇ ਵਿੱਚ ਮੰਨਦੇ ਹੈ। ਸਤਿਗੁਰੂ ਜੀ ਕਹਿੰਦੇ ਕਿਤਨੇ ਹੀ ਹੈ ਸਿੱਧੋ ਤੁਹਾਡੀ ਗਿਣਤੀ ਹੈ, ਕੀਤੇ ਸਿੱਧ ਬੁੱਧ ਫਿਰ ਨਾਥ ਕੀਤੇ। ਉਵੇਂ 9 ਗਿਣਤੀ ਕੀਤੀ ਹੈ ਨਾਥਾਂ ਦੀ, ਚਰਪੜਨਾਥ, ਘੁੱਗੂਨਾਥ, ਗੋਰਖਨਾਥ, ਮਛੰਦਰਨਾਥ। ਪਰ ਮਹਾਰਾਜ ਜੀ ਕਹਿੰਦੇ ਹੈ हे ਸਿੱਧੋ ਇਹ ਵੀ 9 ਨਾ ਜਾਣਨਾ ਕਰੋ, ਇਹ ਵੀ ਬੇਅੰਤ ਹਨ, ਪਰ ਨਜ਼ਰ ਤਾਂ ਆਉਂਦੇ ਜੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇ ਤਾਂ।
ਪ੍ਰਮਾਤਮਾ ਕਿਰਪਾ ਕਰ ਦੇਵੇ ਤਾਂ ਫਿਰ ਸਭ ਨਜ਼ਰ ਆਉਣ ਲੱਗ ਪੈਂਦੇ ਆ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸਾ, ਕਿਤਨੇ ਹੀ ਦੇਵੀਆਂ ਨੇ ਵੇਸ ਧਾਰਨ ਕੀਤੇ। 9 ਕਰੋੜ ਦੇਵੀਆਂ ਮੰਨੀਆਂ ਗਈਆਂ ਹਨ, 9 ਕਰੋੜ ਦੇਵੀਆਂ। ਪਰ ਸਤਿਗੁਰੂ ਜੀ ਕਹਿੰਦੇ ਇਕੱਲੀਆਂ 9 ਕਰੋੜ ਨਾ ਜਾਣਨਾ ਕਰੋ ਵੀ ਕਿਤਨੀਆਂ ਹੀ ਹੈ ਜੋ ਭਗਵਾਨ ਨੂੰ ਵਰਨ ਦੇ ਵਾਸਤੇ, ਜਿਵੇਂ ਦੁਰਗਾ ਦੇਵੀ ਵਰਗੀਆਂ ਦੈਂਤਾਂ ਦਾ, ਰਾਖਸ਼ਾਂ ਦਾ ਸੰਘਾਰ ਕਰਦੀਆਂ ਨੇ, ਔਰ ਇਸ ਪ੍ਰਕਾਰ ਜੋ ਹਰ ਸਮੇਂ ਚਿੱਤ ਵਿੱਚ ਚਾਹਤ ਰੱਖਦੀਆਂ ਨੇ ਭਗਵਾਨ ਨੂੰ ਅਸਾਂ ਨੇ ਵਰਨਾ ਹੈ। ਬੜੀ ਬਹਾਦਰੀ ਦੇ ਨਾਲ ਦੁਸ਼ਮਣਾਂ ਦੇ ਨਾਲ, ਦੈਂਤਾਂ ਰਾਖਸ਼ਾਂ ਦੇ ਨਾਲ ਜੰਗ ਕਰਦੀਆਂ ਨੇ। ਇਹ ਵੀ ਕਿਤਨੀਆਂ ਹੀ ਜਾਣਨਾ ਕਰੋ। ਕੇਤੇ ਦੇਵ ਦਾਨਵ ਮੁਨ ਕੇਤੇ, ਦੇਵ ਨਾਮ ਹੈ ਦੇਵਤਿਆਂ ਦਾ। 33 ਕਰੋੜ ਦੇਵਤੇ ਮੰਨੇ ਹੈ, ਪਰ ਸਤਿਗੁਰੂ ਜੀ ਕਹਿੰਦੇ ਹੈ ਸਿੱਧੋ ਕਿਤਨੇ ਇਹ ਦੇਵਤੇ ਹੈ, ਇਕੱਲੇ 33 ਕਰੋੜ ਨਾ ਦੇਵਤੇ ਜਾਣੋ। ਕੇਤੇ ਦੇਵ ਦਾਨਵ, ਦਾਨਵ ਜਿਹੜੇ ਆ ਰਾਖਸ਼ ਹੈ, ਉਹ ਦਾਨਵ ਸਾਧ ਸੰਗਤ ਜੀ ਜਿਨ੍ਹਾਂ ਦੀ 45 ਪਦਮ ਇਹ ਗਿਣਤੀ ਕੀਤੀ ਗਈ ਹੈ। ਕਹਿੰਦੇ ਹਨ ਦਕਸ਼ ਦੀ ਕੁੱਖ ਤੋਂ, ਰਾਖਸ਼ਣੀ ਦੀ ਕੁੱਖ ਤੋਂ ਇਹਨਾਂ ਦਾ ਜਨਮ ਹੋਇਆ ਸੀ 45 ਪਦਮ ਦੈਂਤਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਐਸੇ ਕਿਤਨੇ ਹੀ ਦਾਨਵ ਹੈ, ਕਿਤਨੇ ਹੀ ਦੇਵ ਦੇਵਤੇ ਹੈ। ਕੇਤੇ ਦੇਵ ਦਾਨਵ ਮੁਨ ਕੇਤੇ, ਤੇ ਮੁਨੀ ਜਨ ਵੀ ਇੱਕ ਨਹੀਂ ਹੈ। ਵਸ਼ਿਸ਼ਟ ਮੁਨੀ ਵਰਗੇ ਇਸ ਪ੍ਰਕਾਰ ਕਿਤਨੇ ਹੀ ਸੰਸਾਰ ਦੇ ਅੰਦਰ ਹਨ, ਪਰ ਨਜ਼ਰ ਤਾਂ ਆਉਂਦੇ ਜੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇ। ਕੇਤੇ ਰਤਨ ਸਮੁੰਦਾ, ਜਿਵੇਂ ਖੀਰ ਸਮੁੰਦਰ ਦਾ ਮੰਥਨ ਕੀਤਾ ਸੀ ਦੇਵਤਿਆਂ ਤੇ ਦੈਂਤਾਂ ਨੇ ਮਿਲ ਕੇ, ਤੇ 14 ਰਤਨ ਨਿਕਲੇ ਸਨ, ਜਿਨ੍ਹਾਂ ਦੇ ਪ੍ਰਥਾਏ ਜੇਕਰ ਆਵੰਦਾ ਸ੍ਰੀ ਮਨ ਰੰਭਾ ਵਾਰਣੀ ਤਨਕ ਧਨੰਤਰ ਬਾਜ। ਇਸ ਪ੍ਰਕਾਰ ਕਹਿੰਦੇ ਕਿ ਇਹ ਵੀ 14 ਨਾ ਜਾਣਨਾ ਕਰੋ। ਇਹ ਵੀ 14 ਨਹੀਂ ਗਿਣਤੀ ਰਤਨਾਂ ਦੀ, ਪਤਾ ਨਹੀਂ ਕਿਤਨੇ ਕੁ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਰਤਨ ਹੈ। ਕੇਤੇ ਰਤਨ ਸਮੁੰਦ, 7 ਸਮੁੰਦਰ ਮੰਨੇ ਜਾਂਦੇ ਆ, ਪਰ ਇਹ ਵੀ 7 ਨਹੀਂ ਹੈ, ਕਿਤਨੇ ਹੀ ਸਮੁੰਦਰ ਹੈ। ਪਰ ਤਾਂ ਨਜ਼ਰ ਆਉਂਦੇ ਆ ਜੇ ਪ੍ਰਮਾਤਮਾ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰੇ। ਗਿਆਨ ਖੰਡੀਆਂ ਦੀ ਦ੍ਰਿਸ਼ਟੀ ਵਿੱਚ ਕਿਤਨੇ ਬੇਅੰਤ ਰਤਨ ਹੈ, ਬੇਅੰਤ ਹੀ ਸਾਧ ਸੰਗਤ ਜੀ ਇਹ ਸਮੁੰਦਰ ਹਨ। ਕੇਤੀਆ ਖਾਣੀ ਕੇਤੀਆ ਬਾਣੀ, ਫਿਰ ਕਿਤਨੀਆਂ ਹੀ ਖਾਣੀਆਂ ਨੇ, 4 ਖਾਣੀਆਂ ਮੰਨੀਆਂ ਜਾਂਦੀਆਂ ਨੇ। ਅੰਡਜ, ਜੇਰਜ, ਸੇਤਜ, ਉਤਪੁਜ, ਇਹ 4 ਖਾਣੀਆਂ ਮੰਨੀਆਂ ਜਾਂਦੀਆਂ ਨੇ। ਤੇ 4 ਹੀ ਬਾਣੀਆਂ ਮੰਨੀਆਂ ਜਾਂਦੀਆਂ ਨੇ, ਪਰਾ, ਪਸੰਤੀ, ਮੱਧਮਾ, ਬੈਖਰੀ। ਇਹ 4 ਬਾਣੀਆਂ ਤੇ 4 ਖਾਣੀਆਂ ਦੇ ਬਾਬਤ ਜੇਕਰ ਆਵੰਦਾ। ਪਰ ਮਹਾਰਾਜ ਜੀ ਕਹਿੰਦੇ ਹੈ ਸਿੱਧੋ ਕੇਤੀਆ ਖਾਣੀ, ਕਿੰਨੀਆਂ ਹੀ ਖਾਣੀਆਂ ਨੇ, 4 ਨਾ ਇਹਨਾਂ ਨੂੰ ਜਾਣਨਾ ਕਰ। ਜਿਵੇਂ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਹੈ, ਸੇਦਜ ਪਸੀਨੇ ਤੋਂ, ਉਤਪੁਜ ਧਰਤੀ ਵਿੱਚੋਂ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਜਨਮ ਲੈਣ ਵਾਲੇ ਜੀਵ ਹੈ, ਇਹ ਅਨੇਕਾਂ ਹੀ ਹਨ। ਇਸ ਪ੍ਰਕਾਰ ਬਾਣੀਆਂ ਵੀ ਇੱਕ ਪ੍ਰਕਾਰ ਦੀਆਂ ਨਾ ਜਾਣਨਾ ਕਰੋ। ਕੇਤੀਆ ਖਾਣੀ ਕੇਤੀਆ ਬਾਣੀ। ਕੇਤੇ ਪਾਤ ਨਰਿੰਦਾ, ਪਾਤ ਨਾਮ ਹੈ ਤਖਤ ਦਾ, ਤੇ ਨਰਿੰਦ ਨਾਮ ਹੈ ਰਾਜੇ ਦਾ। ਮਹਾਰਾਜ ਜੀ ਕਹਿੰਦੇ ਆ ਹੇ ਸਿੱਧੋ ਕਿੰਨੇ ਹੀ ਤਖਤਾਂ ਤੇ ਬੈਠੇ ਹੋਏ ਨਰਿੰਦ, ਕੋਈ ਬਾਦਸ਼ਾਹ, ਚੱਕਰਵਰਤੀ ਬਾਦਸ਼ਾਹ, ਰਾਜਾ, ਕੋਈ ਮਹਾਰਾਜਾ ਹੈ, ਇਹ ਵੀ ਇਹਨਾਂ ਦਾ ਕੋਈ ਅੰਤ ਨਹੀਂ ਹੈ। ਕਿੰਨੇ ਕਿੰਨੇ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਨਕ ਰਾਜਾ ਜੀ ਵਰਗੇ ਰਾਜ ਭਾਗ ਵਿੱਚ ਹੁੰਦਿਆਂ ਹੋਇਆ ਵੀ ਨਿਰਲੇਪ ਜੀਵਨ ਨਿਰਵਾਹ ਕੀਤਾ, ਔਰ ਫਿਰ ਮਹਾਰਾਜ ਜੀ ਨੇ ਤਾਂ ਹੀ ਬਖਸ਼ਿਸ਼ ਕੀਤੀ ਹੈ ਨਾ, ਕਹਿੰਦੇ ਪਰਲੋਕ ਤੱਕ ਉਹਨਾਂ ਦੀ ਗਮਤਾ ਹੋ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ, ਪਰਲੋਕ ਤੱਕ ਗਮਤਾ। ਰਾਜਾ ਜਨਕ ਜੀ ਨੇ ਜਿਵੇਂ ਪਾਪੀਆਂ ਨੂੰ ਸਭ ਨੂੰ ਛੁਡਾ ਕੇ ਤੇ ਨਰਕ ਖਾਲੀ ਕਰਾ ਦਿੱਤੇ ਸੀਗੇ, ਧਰਮ ਰਾਜੇ ਨੂੰ ਆਖਿਓਸ ਸਭਨਾਂ ਦੀ ਕਰ ਬੰਦ ਖਲਾਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕਿ ਰਾਜੇ ਜਨਕ ਤੋਂ ਦੇਖਿਆ ਨਾ ਗਿਆ, ਹਿਰਦਾ ਦਰਵ ਗਿਆ ਸੀ ਜਦੋਂ ਕਰਲਾਟਾ ਪਾਉਂਦੇ ਹੋਏ, ਸ਼ੋਰ ਮਚਾਉਂਦੇ ਹੋਏ, ਭੁੱਬਾਂ ਮਾਰ ਮਾਰ ਕੇ ਰੋਂਦੇ ਹੋਏ ਪਾਪੀ ਜੀਵਾਂ ਨੂੰ ਨਰਕਾਂ ਵਿੱਚ ਦੇਖਿਆ ਨਾ, ਤੇ ਦੇਖ ਕੇ ਰਿਹਾ ਨਾ ਗਿਆ। ਫਿਰ ਕਹਿੰਦੇ ਕਿ ਆਪਣੇ ਜਪੇ ਹੋਏ ਨਾਮ ਦੇ ਸ਼ਕਤੀ ਕਰਕੇ ਉਸ ਸਮੇਂ 1.25 ਪਹਿਰ ਜਪਿਆ ਹੋਇਆ ਨਾਮ ਉਹਦਾ ਫਲ ਦੇ ਕੇ ਨਾ ਇੱਕ ਪਾਸੇ ਤੱਕੜ ਵਿੱਚ ਪਾ ਕੇ ਤੇ ਸਾਰੇ ਜਿੰਨੇ ਵੀ ਨਰਕ ਸਨ ਉਹ ਖਾਲੀ ਕਰਾ ਦਿੱਤੇ ਸਨ, ਸਭ ਦੀ ਬੰਦ ਖਲਾਸੀ ਕਰਾਤੀ ਸੀ ਰਾਜਾ ਜਨਕ ਜੀ ਨੇ। ਪਰਲੋਕ ਤੱਕ ਉਹਨਾਂ ਗੁਰਮੁਖਾਂ ਦੀ ਗਮਤਾ ਹੋ ਜਾਂਦੀ ਹੈ
ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਹੈ, ਹੇ ਸਿੱਧੋ, ਕਿਤਨੇ ਹੀ ਐਸੇ ਕੇਤੇ ਪਾਤ ਨਰਿੰਦ, ਕਿਤਨੇ ਹੀ ਪਾਰ ਤਖਤਾਂ ਤੇ ਬੈਠੇ ਹੋ ਨਰਿੰਦ ਰਾਜੇ ਹਨ। ਕੇਤੀਆ ਸੁਰਤੀ ਸੇਵਕ ਕੀਤੇ। ਤੇ ਸੁਰਤੀਆਂ ਵੀ ਇੱਕ ਪ੍ਰਕਾਰ ਦੀ ਨਹੀਂ ਹੈ। ਜਿਵੇਂ ਸੰਸਾਰਾਕਾਰ ਸੁਰਤੀ ਮੰਨੀ ਗਈ ਹੈ, ਇੱਕ ਬ੍ਰਹਮਾਕਾਰ ਸੁਰਤੀ ਮੰਨੀ ਹੈ। ਔਰ ਸੰਸਾਰਾਕਾਰ ਜਿਹੜੀ ਸੁਰਤ ਹਰ ਸਮੇਂ ਸੰਸਾਰ ਦੇ ਵਿੱਚ ਹੀ ਲੱਗੀ ਰਹਿੰਦੀ ਹੈ, ਕਦੇ ਧਨ ਵਿੱਚ, ਕਦੇ ਪਦਾਰਥਾਂ ਵਿੱਚ, ਕਦੇ ਪਰਿਵਾਰ ਦੀ ਮੋਹ ਮਮਤਾ ਵਿੱਚ ਸੁਰਤ ਜੁੜੀ ਰਹਿੰਦੀ ਹੈ। ਰੰਗਾ ਰੰਗਾ ਦੀ ਦੁਨੀਆ ਦੇਖਣ ਦੇ ਵੀ ਸੁਰਤ ਜੁੜੀ ਰਹਿੰਦੀ ਹੈ ਕਿ ਫਲਾਣੇ ਥਾਂ ਤੇ ਜਾਵਾਂਗੇ, ਉੱਥੇ ਜਾ ਕੇ ਮਨ ਦੀ ਤ੍ਰਿਪਤੀ ਹੋ ਜਾਵੇਗੀ ਰੰਗਾ ਰੰਗਾ ਦੀ ਦੁਨੀਆ ਦੇਖਣ ਕਰਕੇ, ਪਰ ਹੋਰ ਵੀ ਲਾਲਸਾ ਵੱਧ ਜਾਂਦੀ ਹੈ, ਤ੍ਰਿਪਤੀ ਹੁੰਦੀ ਨਹੀਂ ਹੈ। ਔਰ ਜ਼ਬਾਨ ਦੇ ਰਸ ਕਰਕੇ ਵੀ ਬਾਰ-ਬਾਰ ਕਈ ਵਾਰ ਯਤਨ ਕੀਤਾ ਜਾਂਦਾ ਹੈ ਕਿ ਇਹ ਪਦਾਰਥ ਛਕ ਲਵਾਂਗੇ ਤੇ ਹੁਣ ਤੇ ਰਸਨਾ ਨੇ ਰੱਜ ਹੀ ਜਾਣਾ। ਪਰ ਭਾਈ ਗੁਰਦਾਸ ਸਾਹਿਬ ਜੀ ਵਚਨ ਕਰਦੇ ਆ, ਕਹਿੰਦੇ ਹਨ ਕਿ ਭਾਵੇਂ ਅੱਖਾਂ ਦੇ ਨਾਲ ਬਹੁਤੇ ਤਮਾਸ਼ੇ ਵੀ ਦੇਖ ਲਵੇ, ਪਰ ਅੱਖਾਂ ਨਹੀਂ ਕਦੇ ਰੱਜਦੀਆਂ। ਜ਼ਬਾਨ ਤੋਂ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਪਦਾਰਥ ਵੀ ਮਾਇਕੀ ਪਦਾਰਥ ਛਕ ਕੇ ਦੇਖ ਲਵੇ, ਪਰ ਜ਼ੁਬਾਨ ਨਹੀਂ ਕਦੇ ਕਹੇਗੀ ਕਿ ਮੈਂ ਰੱਜ ਗਈ ਹਾਂ, ਤ੍ਰਿਪਤ ਹੋ ਗਈ ਹਾਂ। ਇਹ ਹੋਰ ਵੀ ਲਾਲਸਾ ਵੱਧਦੀ ਜਾਂਦੀ ਹੈ। ਕਹਿੰਦੇ ਫਿਰ ਉਦਾਹਰਨ ਦਿੱਤੀ ਹੈ, ਕਹਿੰਦੇ ਕਿਸੇ ਬੁੱਢੇ ਬਜ਼ੁਰਗ ਆਦਮੀ ਨੂੰ ਪੁੱਛ ਕੇ ਦੱਸੋ ਖਾਂ, ਉਹਨੂੰ ਪੁੱਛ ਕੇ ਦੱਸੋ ਕਿ ਸੰਸਾਰ ਭਰ ਦੇ ਰੰਗਾ ਰੰਗਾ ਦੀ ਦੁਨੀਆ ਨੂੰ ਦੇਖਿਆ ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਬਹੁਤ ਸਾਰੀਆਂ ਗੱਲਾਂ ਬਾਤਾਂ, ਨਿੰਦੀਆਂ ਚੁਗਲੀਆਂ ਨੂੰ ਜੀਵਨ ਭਰ ਸੁਣਦਾ ਰਿਹਾ, ਜ਼ੁਬਾਨ ਤੋਂ ਗੱਲਾਂ ਬਾਤਾਂ ਕੀਤੀਆਂ, ਨਿੰਦਿਆ ਵੀ ਕੀਤੀ ਹੈ, ਤਰ੍ਹਾਂ ਤਰ੍ਹਾਂ ਦੇ ਚਸਕੇ ਵੀ ਜ਼ੁਬਾਨ ਦੇ ਲਾਏ ਕਿ ਹੁਣ ਰੱਜ ਗਏ ਤੇਰੇ ਇੰਦਰੇ, ਉਹ ਸਿਰ ਫੇਰ ਦੇਵੇਗਾ, ਕਿਉਂਕਿ ਰੱਜਦੇ ਹੀ ਨਹੀਂ ਹੈ। ਤ੍ਰਿਪਤੀ ਤਾਂ ਹੀ ਹੈ ਜੇ ਪਰਮੇਸ਼ਰ ਦਾ ਪਰਮ ਰਸ ਚੱਖਦੇ ਹੈ ਤਾਂ। ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਮੁੱਖ ਵਾਕ ਪੜ੍ਹਦੇ ਹਾਂ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਸ ਕਰਕੇ ਮਹਾਰਾਜ ਜੀ ਨੇ ਫਰਮਾਨ ਕੀਤਾ, ਕੀਤੀਆ ਸੁਰਤੀ, ਕਹਿੰਦੇ ਹਨ ਕਿ ਕਿਤਨੀਆਂ ਹੀ ਸੁਰਤੀਆਂ ਨੇ, ਬ੍ਰਹਮਾਕਾਰ ਵੀ ਇੱਕ ਪ੍ਰਕਾਰ ਦੀ ਗੁਰਮੁਖਾਂ ਦੀ ਸੁਰਤੀ ਨਹੀਂ ਹੈ, ਕਿਤਨੇ ਹੀ ਬ੍ਰਹਮ ਵੇਤੇ ਹੈ, ਕਿਤਨੀਆਂ ਹੀ ਉਹਨਾਂ ਦੀਆਂ ਸੁਰਤੀਆਂ ਹਨ। ਜਿਵੇਂ ਸ਼ਾਸਤਰ ਹੈ, ਸਿਮਰਤ ਹੈ, ਸਿਮਰਤੀਆਂ ਨੇ, ਪੁਰਾਣ ਹਨ, ਸੁਰਤੀਆਂ ਹਨ। ਇਹਨਾਂ ਦੇ ਵਿਚਲਾ ਜਿਹੜਾ ਗਿਆਨ ਹੈ ਨਾ, ਸੁਰਤੀਆਂ ਵੀ ਇੱਕ ਪ੍ਰਕਾਰ ਦੀਆਂ ਨਹੀਂ ਸਿੱਧੋ, ਬੇਅੰਤ ਕਿਤਨੀਆਂ ਹੀ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸੇਵਕ ਕੀਤੇ, ਤੇ ਸੇਵਕ ਵੀ ਇੱਕ ਥੋੜਾ, ਕਿੰਨੇ ਕਿੰਨੇ ਦੁਨੀਆ ਦੇ ਅੰਦਰ ਪਰਮੇਸ਼ਰ ਨੇ ਸੇਵਕ ਪੈਦਾ ਕੀਤੇ ਆ। ਸੇਵਕ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਇਸ਼ਟ ਦੇਵ ਦੇ ਭਾਣੇ ਨੂੰ ਸਤ ਕਰਕੇ ਮੰਨਦਾ ਹੈ, ਆਪਣੇ ਗੁਰੂ ਦੇ ਬਚਨਾਂ ਨੂੰ ਨਿਸ਼ਚੈ ਕਰਕੇ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਆਪਣਤ ਨੂੰ ਮਿਟਾ ਕੇ ਭਾਵਨਾ ਦੇ ਨਾਲ ਸੇਵਾ ਕਰਦਾ ਨੂੰ ਸੇਵਕ ਆਖਿਆ ਜਾਂਦਾ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਪੜ੍ਹ ਕੇ ਦੇਖੀਏ, ਹਜ਼ੂਰ ਨੇ ਸੇਵਕ ਦੇ ਲੱਛਣ ਦੱਸੇ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਧਿਆਨ ਦੇ ਨਾਲ ਸੁਰਤੀ ਟਿਕਾ ਕੇ ਪੜ੍ਹਿਓ, ਅਰਥ ਬੜੇ ਸਰਲ ਹੈ, ਸਮਝ ਆਈ ਜਾਂਦੀ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ, ਵਿਵਹਾਰਕ ਤੇ ਪਰਮਾਰਥਿਕ, ਜੋ ਮਨ ਆਪਣਾ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ। ਫਿਰ ਅਗਲਾ ਬਚਨ ਹੈ, ਸੇਵਾ ਕਰਤ ਹੋਏ ਨਿਹਕਾਮੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ। ਜਿਵੇਂ ਇੱਥੇ ਪਾਵਨ ਅਸਥਾਨ ਤੇ ਵੀ ਕਈ ਪ੍ਰੇਮੀ ਸੇਵਕ ਜਿਹੜੇ ਆ, ਸੇਵਾਦਾਰ 40-40 ਦਿਨ ਕੋਈ ਸੇਵਾ ਕਰਦੇ ਆ, ਕੋਈ 6-6 ਮਹੀਨੇ, ਕੋਈ 1-1 ਸਾਲ ਦੀ ਬਾਬਾ ਜੀ ਨੂੰ, ਮਹਾਂਪੁਰਖਾਂ ਨੂੰ ਸੇਵਾ ਲਿਖਾਉਂਦਾ ਕਿ ਇੰਨਾ ਸਮਾਂ ਅਸੀਂ ਸੇਵਾ ਕਰਾਂਗੇ। ਕਈ ਗੁਰਮੁਖਾਂ ਨੇ ਮਨ ਵਿੱਚ ਇੱਛਾ ਲਈ ਹੁੰਦੀ ਹੈ, ਕੋਈ ਕਾਮਨਾ ਧਾਰਨ ਕੀਤੀ ਹੁੰਦੀ, ਮਹਾਰਾਜ ਸਾਡੀ ਇਹ ਕਾਮਨਾ ਪੂਰੀ ਹੋ ਜਾਵੇ, ਇੰਨਾ ਸਮਾਂ ਆਪ ਜੀ ਦੇ ਦਰ ਤੇ ਸੇਵਾ ਕਰਾਂਗੇ। ਉਹਨੂੰ ਸਕਾਮ ਸੇਵਾ ਕਿਹਾ ਜਾਂਦਾ ਹੈ। ਇੱਕ ਹੁੰਦੀ ਨਿਸ਼ਕਾਮ ਸੇਵਾ, ਜਿਹਦੇ ਵਿੱਚ ਕੋਈ ਇੱਛਾ, ਕੋਈ ਕਾਮਨਾ, ਕੋਈ ਤਮੰਨਾ ਨਾ ਹੋਵੇ। ਇਹ ਮਹਾਰਾਜ ਕੇਵਲ ਆਪ ਜੀ ਦੇ ਦਰਸ਼ਨਾਂ ਦੀ ਸਾਡੇ ਮਨ ਵਿੱਚ ਪਿਆਸਾ ਹੈ, ਆਪ ਜੀ ਦੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ,
ਨਿਸ਼ਕਾਮ ਹੋ ਕੇ ਜੋ ਸੇਵਾ ਕਰਦੇ ਆ ਨਾ, ਹਜੂਰ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜੀ ਸਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਉਹੋ ਹੀ ਗੁਰਮਤ ਨੂੰ ਲੈ ਕੇ ਤੇ ਸੇਵਕ ਬਣ ਕੇ ਇਹ ਸ਼ੁਭ ਗੁਣਾਂ ਦਾ ਧਾਰਨੀ ਬਣ ਕੇ ਸੇਵਾ ਕਰਦਾ ਹੈ, ਜਿਸ ਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ। ਨਹੀਂ ਤਾਂ ਬਹੁਤਾਤ ਵਿੱਚ ਅਸੀਂ ਕਾਮਨਾਵਾਂ ਲੈ ਕੇ ਸੇਵਾ ਕਰਦੇ ਹਾਂ, ਸਾਰੇ ਹੀ ਲੈਂਦੇ ਹਾਂ ਕਾਮਨਾਵਾਂ। ਕੌਣ ਨੀ ਇੱਛਾ ਧਾਰਨ ਕਰਦਾ ਸੀ, ਸਾਰੇ ਕਰਦੇ ਹਾਂ, ਕੋਈ ਨਾ ਕੋਈ ਇੱਛਾ ਲੈ ਕੇ ਸੇਵਾ ਕਰਦੇ ਹਾਂ। ਕੋਈ ਵਿਰਲੇ ਗੁਰਮੁਖ ਪਿਆਰੇ ਹੁੰਦੇ ਆ ਜੋ ਨਿਸ਼ਕਾਮ ਹੋ ਕੇ ਸੇਵਾ ਕਰਦੇ ਆ। ਇਸ ਲਈ ਪਾਤਸ਼ਾਹ ਜੀ ਕਹਿੰਦੇ ਆ, हे ਸਿੱਧੋ, ਕਿਤਨੇ ਹੀ ਸੰਸਾਰ ਦੇ ਐਸੇ ਸੇਵਕ ਹੈ, ਕਿਤਨੇ ਪਰਮਾਤਮਾ ਦੇ ਪੈਦਾ ਕੀਤੀਆਂ ਹੋਏ ਜਿੱਥੇ ਸੁਰਤੀਆਂ ਹਨ, ਸੇਵਕ ਵੀ ਬੇਅੰਤ ਪਰਮਾਤਮਾ ਦੇ ਪੈਦਾ ਕੀਤੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਮਤਾ ਕੋਈ ਹੰਕਾਰ ਕਰੇ ਕਿ ਮੈਂ ਜੇ ਨਿਸ਼ਕਾਮ ਹੋ ਕੇ ਸੇਵਾ ਕਰਦਾ ਤੇ ਮੈਂ ਹੀ ਸੇਵਾਦਾਰ ਆ। ਪਤਾ ਨਹੀਂ ਕਿਤਨੇ ਕੁ ਸਾਧ ਸੰਗਤ ਜੀ ਨਿਮਰਤਾ ਧਾਰਨ ਕਰਕੇ ਫਿਰ ਇੱਕ ਮਨਜਿਤ ਹੋ ਕੇ ਸਤਿਗੁਰੂ ਜੀ ਦੀ ਸੇਵਾ ਕਰਦੇ ਆ। ਸਤ ਸੰਗਤ ਦੀ ਭਾਵਨਾ ਦੇ ਨਾਲ ਸੇਵਾ ਕਰਦੇ, ਜੋੜੇ ਝਾੜਦੇ, ਲੰਗਰ ਵਰਤਾਉਂਦੇ ਆ। ਫਿਰ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰਦੇ ਆ। ਫਿਰ ਸਤਿਗੁਰੂ ਜੀ ਦੇ ਚੌਰ ਬਰਦਾਰ ਸੇਵਾ ਕਰਦੇ ਆ। ਸਤਿਗੁਰੂ ਜੀ ਦੀਆਂ ਪ੍ਰਦਖਣਾ ਕਰਦੇ ਆ। ਕਿਤਨੇ ਸਤ ਸੰਗਤ ਵਿੱਚ ਬੈਠ ਕੇ ਗੁਰੂ ਦਾ ਬਚਨ ਮੰਨਣ ਨੂੰ ਵੀ ਸੇਵਾ ਕਰਦੇ ਆ। ਜਿਹਦੇ ਸਮਾਨ ਕੋਈ ਦੁਨੀਆ ਦੀ ਸੇਵਾ ਨਹੀਂ ਮੰਨੀ ਗਈ। ਸਭ ਤੋਂ ਉੱਤਮ ਹੈ ਸਤਿਗੁਰੂ ਜੀ ਦੇ ਜੋ ਬਚਨ ਨੂੰ ਸਤ ਕਰਕੇ ਮੰਨਣਾ। ਆਗਿਆ ਸਾਹਿਬ ਸਾਹਮਣੇ ਹੀ ਸੇਵਾ, ਕਹਿੰਦੇ ਇਹਦੇ ਸਮਾਨ ਕੋਈ ਦੁਨੀਆ ਦੀ ਸੇਵਾ ਨਹੀਂ। ਜਿਹੜਾ ਆਪਣੇ ਮਾਲਕ ਦਾ ਬਚਨ ਮੰਨ ਕੇ ਸੇਵਾ ਕਰ ਲੈਣੀ ਆ। ਇਹ ਸਾਨੂੰ ਪਤਾ ਸੀ ਕਿੰਨਾ ਕੁ ਸਤਿਗੁਰੂ ਜੀ ਦਾ ਬਚਨ ਮੰਨਦੇ ਹਾਂ, ਸਾਨੂੰ ਪਤਾ ਹੈ। ਐਵੇਂ ਵਿਖਾਵਾ ਕਰੀ ਜਾਈਏ ਕਿ ਨਹੀਂ ਮੈਂ ਬੜਾ ਵੱਡਾ ਸੇਵਕ ਹਾਂ ਜੀ, ਮੈਂ ਬੜੀ ਸੇਵਾ ਕਰਦਾ ਹਾਂ, ਮੈਂ ਬਹੁਤ ਲੰਮੇਰੇ ਸਮੇਂ ਤੋਂ ਸੇਵਾਦਾਰ ਹਾਂ। ਪਰ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਹੈ ਕਿ ਇਸ ਨੇ ਨਿਮਰਤਾ ਧਾਰਨ ਕਰਕੇ ਕਿ ਗੁਰੂ ਕੇ ਬਚਨਾਂ ਅਨੁਸਾਰ ਜੀਵਨ ਦੇ ਵਿੱਚ ਸੇਵਾ ਨੂੰ ਕਮਾਇਆ ਹੈ, ਗੁਰੂ ਕੀ ਸੇਵਕੀ ਕਮਾਈ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਜਾਂ ਸਾਨੂੰ ਪਤਾ ਸੀ ਕਿੰਨਾ ਕੁ ਮੰਨਦੇ ਆ। ਕਿਉਂਕਿ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਚਨ ਪੜ੍ਹਦੇ ਹਾਂ, ਸੇਵਕ ਸਿੱਖ ਪੂਜਣ ਸਭ ਆਵਹੇ, ਸਭ ਗਾਵਹੇ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜੋ ਗੁਰੂ ਕੀ ਆਗਿਆ ਨੂੰ, ਗੁਰੂ ਕੇ ਹੁਕਮ ਨੂੰ, ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਆ ਨਾ, ਇਹ ਮਹਾਰਾਜ ਆਪ ਜੀ ਦਾ ਬਚਨ ਸਿਰ ਮੱਥੇ ਹੈ, ਸਤ ਬਚਨ ਹੈ। ਉਹਨਾਂ ਦਾ ਗਾਵਿਆ ਸੁਣਿਆ ਪੜ੍ਹਿਆ ਕੀਤੀ ਹੋਈ ਸੇਵਾ ਥਾਂ ਪੈ ਜਾਂਦੀ ਹੈ, ਸਤਿਗੁਰੂ ਜੀ ਦੀ ਦਰ ਤੇ ਕਬੂਲ ਹੋ ਜਾਂਦੀ ਹੈ। ਜੋ ਭਾਵਨਾ ਦੇ ਨਾਲ ਗੁਰੂ ਜੀ ਦਾ ਬਚਨ ਮੰਨਦੇ ਆ ਤੇ ਵਿਚਾਰਨਾ ਇਹ ਹੈ ਕਿ ਅਸੀਂ ਕਿੰਨਾ ਕੁ ਮਹਾਰਾਜ ਜੀ ਦਾ ਬਚਨ ਮੰਨਦੇ ਹਾਂ, ਕਿੰਨੀ ਕੁ ਆਗਿਆ ਮੰਨ ਰਹੇ ਹਾਂ। ਸਭ ਤੋਂ ਪਹਿਲੀ ਆਗਿਆ ਇਹੋ ਹੀ ਵੈਨਾ ਦਸ਼ਮੇਸ਼ ਪਿਤਾ ਜੀ ਦੀ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਨੂੰ ਸਭ ਨੂੰ ਯਾਦ ਵੀ ਹੈ, ਇੱਕ ਵਾਰ ਨਹੀਂ ਕਿੰਨੀ ਵਾਰ ਅਰਦਾਸ ਹੁੰਦੀ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ, ਬਾਰ-ਬਾਰ ਅਸੀਂ ਪੜ੍ਹਦੇ ਵੀ ਹਾਂ, ਯਾਦ ਵੀ ਹੈ, ਸਾਨੂੰ ਪਤਾ ਵੀ ਅਰਥਾਂ ਦਾ ਵੀ ਸਮਝਿਆ। ਪਰ ਸਾਧ ਸੰਗਤ ਜੀ ਫੇਰ ਵੀ ਅਸੀਂ ਅਵੇਸਲੇ ਹੁੰਦੇ ਜਾ ਰਹੇ ਹਾਂ। ਸਤਿਗੁਰੂ ਜੀ ਦਾ ਦਰ ਛੱਡ ਕੇ ਹੋਰ ਦਰਾਂ ਤੇ ਭਟਕਦੇ ਫਿਰਦੇ ਹਾਂ। ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਨ ਲੱਗ ਪੈਂਦੇ ਆ, ਕਦੇ ਕਿਸੇ ਥਾਂ ਤੇ ਜਾ ਕੇ ਗੋਡੇ ਰਗੜਨ ਲੱਗ ਪੈਂਦੇ ਆ। ਪਰ ਇਹ ਕੋਈ ਸੇਵਕਾਂ ਵਾਲਾ ਲੱਛਣ ਨਹੀਂ ਹੈ। ਇਹ ਸਤਿਗੁਰੂ ਜੀ ਦਾ ਜੋ ਬਚਨ ਮੰਨਣ ਵਾਲੀ ਕੋਈ ਸੇਵਾ ਨਹੀਂ ਹੈ। ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਸਭ ਨੂੰ ਸਮੱਤ ਬਖਸ਼ਣ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹੈ, ਸਿੱਧੋ ਕਿਤਨੀਆਂ ਹੀ ਸੁਰਤੀਆਂ ਨੇ, ਕਿਤਨੇ ਹੀ ਸੇਵਕ ਪਰਮੇਸ਼ਰ ਦੇ ਪੈਦਾ ਕੀਤੇ ਆ, ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ। ਨਾਨਕ ਅੰਤ ਨ ਅੰਤ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ, ਨਾਨਕ ਅੰਤ ਨਾ ਅੰਤ। ਇਹਦੇ ਜੋ ਕੁਝ ਕਥਨ ਕਰਕੇ ਦੱਸਿਆ ਨਾ ਸਿੱਧੋ, ਉਹਨਾਂ ਦਾ ਅੰਤ ਨਹੀਂ ਕਦੇ ਪੈ ਸਕਦਾ। ਜੇ ਕੋਈ ਪਾਉਣ ਦਾ ਯਤਨ ਕਰੇ, ਨਾਨਕ ਅੰਤ ਨਾ ਅੰਤ, ਪਾਉਣ ਵਾਲੇ ਦਾ ਅੰਤ ਹੋ ਜਾਵੇਗਾ। ਪਰ ਜੋ ਕੁਝ ਕਥਨ ਕਰਕੇ ਤੁਹਾਨੂੰ ਦੱਸ ਦਿੱਤਾ, ਇਹਨਾਂ ਦਾ ਨਹੀਂ ਕਦੇ ਵੀ ਅੰਤ ਪਾਇਆ ਜਾ ਸਕਦਾ। ਇਸ ਲਈ ਇੱਥੇ ਵਿਸਰਾਮ ਵੀ ਆਉਂਦਾ, ਨਾਨਕ ਅੰਤ ਨਾ ਅੰਤ, ਨਾ ਪਦ ਤੇ ਵਿਸਰਾਮ ਆਉਂਦਾ ਹੈ।
ਮਹਾਰਾਜ ਜੀ ਕਹਿੰਦੇ ਹੈ ਸਿੱਧੋ, ਇਹ ਉਪਰੋਕਤ ਕੀਤੇ ਹੋਏ ਜੋ ਕਥਨ ਹਨ ਉਹਨਾਂ ਦਾ ਅੰਤ ਨਹੀਂ ਕਦੇ ਵੀ ਪਾਇਆ ਜਾ ਸਕਦਾ। ਜੀਵ ਦੀ ਉਮਰਾਂ ਛੋਟੀ ਹੈ, ਚਾਹੇ ਰਸਨਾ ਤੋਂ ਗਾ ਕੇ ਦੇਖ ਲਵੇ, ਬੋਲ ਬੋਲ ਕੇ ਅੰਤ ਪਾਉਣ ਦਾ ਯਤਨ ਕਰ ਲਵੇ, ਚਾਹੇ ਕਲਮ ਲੈ ਕੇ ਹੱਥ ਵਿੱਚ ਯਤਨ ਕਰ ਲਵੇ, ਪਰ ਫਿਰ ਵੀ ਪਰਮਾਤਮਾ ਦੀ ਬੇਅੰਤ ਸ੍ਰਿਸ਼ਟੀ ਦਾ, ਬੇਅੰਤ ਸ੍ਰਿਸ਼ਟੀਆਂ ਰਚਣ ਵਾਲਿਆਂ ਦਾ, ਜਗਤ ਦੇ ਅੰਦਰ ਪੈਦਾ ਕੀਤੇ ਹੋਏ ਜੀਵਾਂ ਦਾ, ਕਰਮ ਭੂਮੀਆਂ ਦਾ, ਬਾਣੀਆਂ ਦਾ, ਖਾਣੀਆਂ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਸ ਪੌੜੀ ਦੇ ਅੰਦਰ ਅੰਤਰੀ ਭਾਵ ਦੇ ਅਰਥਾਂ ਦੇ ਵਿੱਚ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੱਜ ਸਮਾਂ ਸਮਾਪਤ ਹੋ ਚੁੱਕਾ, ਕੱਲ ਨੂੰ ਵਿਚਾਰ ਕਰਾਂਗੇ। ਕਰਨ ਨੂੰ ਨਾਲੇ ਪਹਿਲਾ ਪ੍ਰਕਾਸ਼ ਪੁਰਬ ਵੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਉਸ ਪ੍ਰਥਾਏ ਵੀ ਸੰਖੇਪ ਰੂਪ ਦੇ ਵਿੱਚ ਇਤਿਹਾਸ ਦੇ ਵਿੱਚੋਂ ਵਿਚਾਰ ਕਰਾਂਗੇ, ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ, ਕਮਾਉਣ ਦਾ ਬਲ ਬਖਸ਼ਣੇ। ਗੁਰੂ ਚਰਨਾਂ ਵਿੱਚ ਮਿਲ ਕੇ ਅਰਦਾਸ ਕਰੀਏ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਸਮਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦਾ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।